ਸਿੰਘੂ ਬਾਰਡਰ ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਬੈਠੇ ਨੇ, ਜਿੱਥੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਮਨਾਈ ਹੈ ਤਾਂ ਕਈ ਕਿਸਾਨਾਂ ਨੇ ਉੱਥੇ ਵੀ ਜਿਹੜੀ ਉਹ ਦੀਵਾਲੀ ਮਨਾਈ ਹੈ। ਪਰ ਉੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਆ, ਜਿਸ ਦੇ ਵਿੱਚ ਉੱਥੇ ਕਈ ਕਾਰਨ ਹੋਣ ਕਰਕੇ ਅੱਗ ਲੱਗੀ ਤੇ ਕਿਸਾਨਾਂ ਨੇ ਇਸ ਅੱਗ ਨੂੰ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਦੱਸੀ। ਦੇਖੋ, ਇਹ ਚੌਥੀ ਪੰਜਵੀਂ ਘਟਨਾ ਹੋ ਗਈ ਉੱਥੇ। ਇਸ ਤੋਂ ਪਹਿਲਾਂ ਵੀ ਇਹ ਘਟਨਾ ਉੱਥੇ ਵਾਪਰੀ ਹੈ ਕੁਝ ਚਿਰ ਪਹਿਲਾਂ। ਇਹ ਉੱਥੇ ਹੀ ਕਿਉਂ ਵਾਪਰਦੀ ਹੈ? ਕਿਸਾਨਾਂ ਵੱਲੋਂ ਵੀ ਚੌਕਸੀ ਵਧਾਉਣੀ ਚਾਹੀਦੀ ਹੈ, ਚੌਕਸੀ ਉਨੀ ਰੱਖੀ ਨਹੀਂ ਜਾ ਰਹੀ ਜਿੰਨੀ ਹੋਣੀ ਚਾਹੀਦੀ ਸੀ, ਜਾਂ ਉਹਦੇ ਜਿਹੜੇ ਆਊਟਰ ਪੁਆਇੰਟ ਨੇ ਉਹਨਾਂ ਦੇ ਉੱਤੇ ਮੇਰਾ ਖਿਆਲ ਹੈ ਕਿ ਸਾਨੂੰ CCTV ਕੈਮਰੇ ਲਗਾ ਦੇਣੇ ਚਾਹੀਦੇ ਨੇ, ਜਿਹੜੇ ਅਜੇ ਤੱਕ ਨਹੀਂ ਲੱਗੇ। ਉਹ ਪੁਲਿਸ ਪਹੁੰਚ ਗਈ, ਪਹਿਲਾਂ ਕਿਸਾਨਾਂ ਨੇ ਜਦੋਂ ਜਹਿਦ ਕੀਤੀ, ਜੇ ਕਿਤੇ ਝੁੱਗੀਆਂ ਵਾਲੇ ਪਾਸੇ ਨੂੰ ਚੱਲ ਜਾਂਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਖੁਸ਼ਕਿਸਮਤੀ ਇਸ ਗੱਲ ਦੀ ਹੈ ਕਿ ਮਾਲੀ ਨੁਕਸਾਨ ਨਹੀਂ ਹੋਇਆ, ਕਿਉਂਕਿ ਉਹ ਸਾਰੇ ਅਰਦਾਸ ਕਰਨ ਦੇ ਵਿੱਚ ਲੱਗੇ ਹੋਏ ਸਨ, ਝੁੱਗੀਆਂ ਦੇ ਵਿੱਚ ਨਹੀਂ ਸੀ। ਪਰ ਇਹ ਘਟਨਾ ਉਸ ਵੇਲੇ ਵਾਪਰਨਾ ਇਹ ਬਹੁਤ ਮਾੜੀ ਹੈ। ਇਹਦੇ ਵਿੱਚ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ। ਅਜੇ ਤੱਕ ਜਿਹੜੀ ਪਿਛਲੀਆਂ ਅੱਗਾਂ ਲੱਗੀਆਂ ਉਹਦੇ ਵਿੱਚ ਵੀ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ। ਜੇ ਕੀਤਾ ਹੀ ਆਪ ਹੋਵੇ, ਕਿਸਾਨਾਂ ਵੱਲੋਂ ਦੋਸ਼ ਲੱਗਦਾ ਕਿ ਇਹ ਸਾਰਾ ਦਾ ਸਾਰਾ ਮਾਮਲਾ, ਇਹਦੀ ਸਕ੍ਰਿਪਟ, ਇਹਦੀ ਪਟਕਥਾ ਕਿਤੇ ਹੋਰ ਲਿਖੀ ਜਾ ਰਹੀ ਹੈ। ਇਹ ਮਾੜੀ ਹੈ, ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਿੰਨ ਖੇਤੀ ਕਾਨੂੰਨਾਂ ਦੀ, ਤਾਂ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ। ਹਰੇਕ ਸਮਾਗਮ ਦੇ ਵਿੱਚ ਕਿਸਾਨ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਨੇ ਤੇ ਉੱਥੇ ਵਿਰੋਧ ਕਰਦੇ ਨੇ। ਤੇ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਸਿੱਧਾ ਪ੍ਰਸਾਰਣ ਦਿਖਾਇਆ ਜਾ ਰਿਹਾ ਸੀ, ਜੋ ਕਿ ਹਰਿਆਣਾ ਦੇ ਵਿੱਚ ਕਿਸਾਨ ਦੇ BJP ਲੀਡਰ ਜਿਹੜਾ ਉਹ ਦੇਖਣ ਪਹੁੰਚ ਰਹੇ ਸਨ, ਜਿੱਥੇ ਕਿ ਕਿਸਾਨਾਂ ਵੱਲੋਂ ਉਹਨਾਂ ਨੂੰ ਬੰਦੀ ਬਣਾਇਆ ਗਿਆ। ਇਹ ਰੋਹਤਕ ਦਾ ਪ੍ਰਾਚੀਨ ਮੰਦਿਰ ਹੈ। ਉਸ ਪ੍ਰਾਚੀਨ ਮੰਦਿਰ ਦੇ ਵਿੱਚ ਉਹ ਆਪਣੇ ਵੱਡੇ ਆਗੂ, ਜਿਹਨੇ ਸਾਰੇ ਦੇਸ਼ ਦੇ ਲੋਕਾਂ ਦਾ ਨੱਕ 'ਚ ਦਮ ਕੀਤਾ ਵਾ, ਉਹਦਾ ਸਿੱਧਾ ਪ੍ਰਸਾਰਣ ਸੁਣਨ ਵਾਸਤੇ ਗਏ ਸੀ ਭਾਜਪਾ ਆਗੂ। ਤਾਂ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਉਹ ਇੱਥੇ ਆਏ ਨੇ, ਤਾਂ ਕਿਸਾਨਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ, ਇੱਥੋਂ ਤੱਕ ਕਿ ਉਹਨਾਂ ਦੀਆਂ ਕਈ ਕਾਰਾਂ ਦੀ ਹਵਾ ਵਗੈਰਾ ਵੀ ਕੱਢ ਦਿੱਤੀ ਗਈ। ਇਹ ਭਾਰਤੀ ਜਨਤਾ ਪਾਰਟੀ ਦੇ ਆਗੂ ਬਾਰ-ਬਾਰ ਕਿਸਾਨਾਂ ਦੇ ਜਾ ਕੇ ਉਹਨਾਂ ਦੇ ਜ਼ਖਮ ਕਿਉਂ ਚੀੜਦੇ ਨੇ? ਕੀ ਲੋੜ ਪਈ ਹੈ ਉੱਥੇ ਜਾਣ ਦੀ? ਜਦੋਂ ਕਿਸਾਨ ਤੁਹਾਨੂੰ ਨਹੀਂ, ਜਿੰਨਾ ਜ਼ੋਰ ਤੁਸੀਂ ਇਹਨਾਂ ਕੰਮਾਂ ਤੇ ਲਾਇਆ ਹੈ, ਜੇ ਇੰਨਾ ਕੁ ਜ਼ੋਰ ਤੁਸੀਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਵਾਲੇ ਪਾਸੇ ਲਾ ਦਿੰਦੇ ਤਾਂ ਮੈਂ ਸਮਝਦਾ ਕਿ ਕਾਫੀ ਕੁਝ ਹੋ ਸਕਦਾ ਸੀ। ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ, ਤਾਂ ਨਵਜੋਤ ਸਿੰਘ ਸਿੱਧੂ ਅਕਸਰ ਆਪਣੀ ਹੀ ਸਰਕਾਰ ਤੇ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ। ਅੱਜ ਫਿਰ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਨਸ਼ਿਆਂ ਦਾ ਮੁੱਦਾ ਤੇ ਬੇਅਦਬੀ ਦਾ ਮੁੱਦਾ ਚੁੱਕਿਆ ਜੀ, ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਹੈ ਕਿ ਇਹਨਾਂ ਦੀ ਕਾਰਵਾਈ ਤੇ ਕੀ ਬਣ ਰਿਹਾ ਅੱਜ ਕੱਲ੍ਹ। ਉਹ ਕਹਿੰਦੇ ਵੀ ਜਿਹੜੇ 5 ਮੁੱਦੇ ਸਭ ਤੋਂ ਅਹਿਮ ਨੇ, ਜਿਨ੍ਹਾਂ ਦੇ ਵਿੱਚ ਬੇਅਦਬੀਆਂ, ਨਸ਼ੇ, ਬਿਜਲੀ ਸਮਝੌਤੇ, ਮੁਲਾਜ਼ਮਾਂ ਦੀਆਂ ਮੰਗਾਂ, ਮਾਈਨਿੰਗ, ਇਹ 5 ਪ੍ਰਮੁੱਖ ਮੁੱਦੇ ਨੇ ਜਿਹੜੇ ਸਰਕਾਰ ਨੂੰ ਬਹੁਤ ਠੋਸ ਤਰੀਕੇ ਦੇ ਨਾਲ ਲੈਣੇ ਚਾਹੀਦੇ ਨੇ। ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜਾ ਨਸ਼ਿਆਂ ਵਾਲਾ ਮੁੱਦਾ ਹੈਗਾ, ਇਸ ਮਾਮਲੇ ਦੇ ਵਿੱਚ ਮਾਣਯੋਗ ਅਦਾਲਤ ਜਦੋਂ ਰਿਪੋਰਟ ਖੋਲ੍ਹੇਗੀ ਪਤਾ ਨਹੀਂ, ਪਰ ਵਿਧਾਨ ਸਭਾ ਦੇ ਵਿੱਚ ਇਹਨੂੰ ਜੱਗ ਜ਼ਾਹਰ ਕੀਤਾ ਜਾਵੇ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਕਈਆਂ ਦਾ ਜਿਹੜੀ ਆ ਦੀਵਾਲੀ ਮਨਾ ਕੇ ਹਟਿਆ, ਇਹਦਾ ਤਿਉਹਾਰ ਦਾ ਜਿਹੜਾ ਸਵਾਦ ਆ ਉਹ ਫਿੱਕਾ ਕਰਨ ਵਾਲੇ ਪਾਸੇ ਨੂੰ ਚੱਲੇ ਨੇ। ਪਰ ਉਹਨਾਂ ਨੇ ਕਿਹਾ ਕਿ ਸਾਡਾ ਇਹ ਮੁੱਦਾ ਸੀ 2017 ਦੇ ਵਿੱਚ ਅਸੀਂ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਬਾਦਲ ਪਰਿਵਾਰ ਦੇ ਨਾਲ ਮਿਲਿਆ ਹੋਇਆ ਸੀ, ਇਸ ਕਰਕੇ ਉਹਨਾਂ ਨੇ ਇਹਦੇ ਤੇ ਕੱਖ ਨਹੀਂ ਕੀਤਾ, ਚੁੱਪ ਚਪੀਤੇ ਰਹੇ। ਲਗਾਤਾਰ ਜਿਹੜਾ ਹਵਾ ਦੇ ਵਿੱਚ ਪ੍ਰਦੂਸ਼ਣ ਵੱਧਦਾ ਜਾ ਰਿਹਾ, ਉਧਰ ਕਿਸਾਨਾਂ ਵੱਲੋਂ ਜਿਹੜੀ ਪਰਾਲੀ ਨੂੰ ਅੱਗ ਵੀ ਲਗਾਈ ਜਾ ਰਹੀ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅੱਗ ਲਗਾਉਣ ਲਈ ਮਜਬੂਰ ਹਾਂ, ਤੇ ਉੱਥੇ ਪਟਾਕਿਆਂ ਦਾ ਪ੍ਰਦੂਸ਼ਣ ਵੀ ਹੈ, ਜਿਸ ਦੇ ਕਾਰਨ ਹਵਾ ਜਿਹੜੀ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ। ਦੇਖੋ, ਦੋਏ ਚੀਜ਼ਾਂ ਮਿਕਸ ਹੋ ਗਈਆਂ। ਮੈਨੂੰ ਕਹਿਣ 'ਚ ਕੋਈ ਗਰੇਜ ਨਹੀਂ। ਅਸੀਂ ਕਿਸਾਨਾਂ ਦੀ ਬਹੁਤ ਵੱਡੀ ਪੱਧਰ ਤੇ ਮਦਦ ਕਰਦੇ ਹਾਂ, ਹਰ ਵੇਲੇ ਉਹਨਾਂ ਦੇ ਨਾਲ ਖੜੇ ਹਾਂ, ਪਰ ਇਹ ਕਹਿਣਾ ਕਿ ਪਰਾਲੀ ਸਾੜੇ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਇਹ ਨਹੀਂ। ਹੱਲ ਕਿਹੜੀ ਚੀਜ਼ ਦਾ ਜਿਹਦਾ ਨਹੀਂ ਹੁੰਦਾ? ਸਰਕਾਰਾਂ ਵੀ ਇਸ ਪਾਸੇ ਵੱਲ ਸੁਹਿਰਦ ਨਹੀਂ ਹੈਗੀਆਂ। ਪਿਛਲੇ ਸਾਲ
ਇਹਨਾਂ ਨੇ ਅਨਾਉਂਸ ਕੀਤਾ ਸੀ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਏਗਾ ਅਸੀਂ ਉਹਦੀ ਹੈਲਪ ਕਰਾਂਗੇ, ਕੋਈ ਸਹਾਇਤਾ ਦੇਵਾਂਗੇ। ਉਹ ਅੱਜ ਤੱਕ ਨਹੀਂ ਆਈ। ਜਿਨ੍ਹਾਂ ਕਿਸਾਨਾਂ ਨੇ ਪਿਛਲੀ ਵਾਰੀ ਅੱਗ ਨਹੀਂ ਲਾਈ, ਆਪਣੇ ਫਾਰਮ ਭਰ ਕੇ ਸਰਕਾਰੀ ਦਫ਼ਤਰਾਂ 'ਚ ਜਮ੍ਹਾਂ ਕਰਾਏ, ਤਾਂ ਮੌਜੂਦਾ ਸਰਕਾਰ ਨੂੰ ਚਾਹੀਦਾ ਸੀ ਕਿ ਉਹਨੂੰ ਮੁਆਵਜ਼ਾ ਦਿੱਤਾ ਜਾਂਦਾ। ਜੇ ਉਹਨਾਂ ਕੋਲ ਮੁਆਵਜ਼ਾ ਜਾਂਦਾ, ਉਹਨਾਂ ਕੋਲ ਉਹਦੇ ਪੈਸੇ ਮਿਲਦੇ, ਤਾਂ ਇਸ ਵਾਰ ਇਹ ਅੱਗ ਲੱਗਣ ਦੀਆਂ ਘਟਨਾਵਾਂ ਹੋਰ ਘਟਦੀਆਂ। ਦੂਜਿਆਂ ਨੂੰ ਵੀ ਚਿਰੰਗ ਲੱਗਦੀ ਵੀ ਯਾਰ ਜੇ ਇਹਨੂੰ 1500 2000 ਰੁਪਈਆ ਪ੍ਰਤੀ ਏਕੜ ਦਾ ਮਿਲ ਗਿਆ ਤਾਂ ਇਹ ਕੱਲ੍ਹ ਨੂੰ ਸਾਨੂੰ ਵੀ ਮਿਲ ਸਕਦਾ ਸੀਗਾ। ਉਧਰ ਬਿਹਾਰ ਦੀ ਗੱਲ ਕੀਤੀ ਜਾਵੇ ਤਾਂ ਬਿਹਾਰ ਦੇ ਵਿੱਚ ਜਿਹੜਾ ਉਹ ਡਰਾਈ ਸੂਬਾ ਮੰਨਿਆ ਜਾਂਦਾ, ਸ਼ਰਾਬ ਦੀ ਵਿਕਰੀ ਨਹੀਂ ਹੁੰਦੀ, ਤਾਂ ਉੱਥੇ ਹੀ ਦੀਵਾਲੀ ਵਾਲੇ ਦਿਨ ਜ਼ਹਿਰੀਲੀ ਸ਼ਰਾਬ ਪੀਣ ਨਾਲ 31 ਲੋਕਾਂ ਦੀ ਮੌਤ ਹੋਣ ਦੀ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ। ਇਹ ਬਹੁਤ ਮਾੜਾ ਹੋਇਆ ਹੈਗਾ। ਜਿਹੜੀ ਇਸ ਤਰ੍ਹਾਂ ਦੀ ਸ਼ਰਾਬ ਪੀਂਦੇ ਆ ਉਹ ਆਮ ਗਰੀਬ ਲੋਕ ਪੀਂਦੇ ਆ। ਜੇ ਉਹਨਾਂ ਨੂੰ ਚੱਜ ਦੀ ਮਿਲੇ, ਡਰਾਈ ਕਾਹਦਾ ਰਹਿ ਗਿਆ ਜਿੱਥੇ ਆ ਜਿਹੜੇ ਨਜਾਇਜ਼ ਸ਼ਰਾਬਾਂ ਬਣਾ ਕੇ ਵੇਚ ਰਹੇ ਨੇ, ਇਹ ਕੋਈ ਆਮ ਲੋਕ ਨਹੀਂ ਹੋਣਾ, ਇਹ ਸਰਕਾਰ ਦੇ ਚਹੇਤੇ ਹੋਣਗੇ। ਸੋ ਨਤੀਸ਼ ਕੁਮਾਰ ਨੂੰ ਇਸ ਮਾਮਲੇ ਦੇ ਵਿੱਚ ਜਵਾਬ ਦੇਣਾ ਬਣਦਾ ਹੈਗਾ। ਤੁਸੀਂ ਫਿਰ ਇਹਦੇ ਨਾਲ ਤਾਂ ਠੇਕੇ ਚਲਾ ਦਿਓ, ਉੱਥੇ ਜੇ ਕੋਈ ਚੱਜ ਦਾ ਬ੍ਰਾਂਡ ਦਿਓ, ਜਦੋਂ ਪੈਸੇ ਤੁਸੀਂ ਪੂਰੇ ਲੋਕਾਂ ਤੋਂ ਲੈਣੇ ਆ, ਪਰ ਲੋਕਾਂ ਨੂੰ ਉਸ ਤਰ੍ਹਾਂ ਦੇ ਬ੍ਰਾਂਡ ਵੀ ਦਿਓ ਤਾਂ ਕਿ ਲੋਕ ਆਪ ਦਾ ਜਿਹੜਾ ਹੈਗਾ ਕੋਈ ਚੱਜ ਦੀ ਚੀਜ਼ ਪ੍ਰਾਪਤ ਕਰ ਸਕਣ। ਇਹ ਜਿਹੜਾ ਉਹ 31 ਲੋਕਾਂ ਦੀ ਮੌਤ ਹੋਈ ਆ ਬਹੁਤ ਮਾੜੀ ਹੈ। ਇਹਦੀ ਬਕਾਇਦਾ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਹ ਆਮ ਲੋਕ ਨੇ, ਕਿਸੇ ਨੇ ਇਹਦਾ ਕੁਝ ਨਹੀਂ ਕਰਨਾ। ਇਸੇ ਤਰ੍ਹਾਂ ਪੰਜਾਬ 'ਚ ਕੀ ਹੋ ਗਿਆ? ਪੰਜਾਬ 'ਚ ਵੀ ਤਾਂ ਇਸ ਤਰ੍ਹਾਂ ਦਾ ਵਾਪਰਿਆ, ਹੋਰ ਕਈ ਰਾਜਾਂ ਦੇ ਵਿੱਚ ਵਾਪਰਿਆ, ਉੱਥੇ ਕੀ ਹੋਇਆ? ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਤਾਂ ਉਹਨਾਂ ਨੇ ਦੀਵਾਲੀ ਗਰੀਬ ਪਰਿਵਾਰਾਂ ਨਾਲ ਮਨਾਈ ਆ ਤੇ ਉਹਨਾਂ ਨੂੰ ਇਹ ਰਹਿਣ ਬਸੇਰੇ ਦੇ ਜਿਹੜੇ ਆਪਾਂ ਕਹਿੰਦੇ ਕਾਰਡ ਵੀ ਦਿੱਤੇ ਨੇ, ਉਹਨਾਂ ਨੂੰ ਜਿਹੜੇ ਉਹ ਮਾਨਤਾ, ਜਿਹੜੇ ਘਰਾਂ ਦੀ ਮਾਨਤਾ ਵੀ ਦਿੱਤੀ ਹੈ। ਜਿਹੜੇ ਦੇਖੋ, ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਰਨਜੀਤ ਸਿੰਘ ਚੰਨੀ, ਹਰ ਰੋਜ਼ ਨਿਵੇਕਲੇ ਅੰਦਾਜ਼ ਦੇ ਵਿੱਚ ਕੁਝ ਨਾ ਕੁਝ ਕਰਦੇ ਰਹਿੰਦੇ ਨੇ। ਚੰਗੀ ਗੱਲ ਹੈ ਜੇ ਕੋਈ ਬੰਦਾ ਆਮ ਬੰਦਿਆਂ ਵਾਂਗ ਕੰਮ ਕਰੇ, ਆਮ ਬੰਦਿਆਂ ਵਾਂਗ ਚੱਲੇ, ਆਮ ਬੰਦਿਆਂ ਵਾਂਗ ਹੀ ਉਹ ਵਿਚਰੇ, ਤੇ ਲੋਕਾਂ ਦੀਆਂ ਤਕਲੀਫਾਂ ਤਾਂ ਹੀ ਪਤਾ ਲੱਗਣਗੀਆਂ। ਨਹੀਂ, ਲੋਕਾਂ ਦੀਆਂ ਤਕਲੀਫਾਂ ਦਾ ਪਤਾ ਨਹੀਂ ਲੱਗਦਾ। ਜਿਹੜਾ ਕਦਮ ਉਹਨਾਂ ਨੇ ਕਈ ਦਿਨਾਂ ਤੋਂ ਉਠਾ ਰਹੇ ਨੇ, ਕਦੇ ਉਹ ਵਿਆਹ ਵਾਲੇ ਘਰ 'ਚ ਜਾਂਦੇ ਨੇ, ਕਦੇ ਉਹ ਆਮ ਲੋਕਾਂ ਦੇ ਵਿੱਚ ਜਾਂਦੇ ਨੇ, ਕਦੇ ਤੁਰੇ ਜਾਂਦੇ ਸਮਾਗਮਾਂ ਦੇ ਵਿੱਚ ਖੜ੍ਹ ਜਾਂਦੇ ਨੇ, ਤਾਂ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ, ਕਦੇ ਕੰਧ ਤੇ ਬੈਠ ਕੇ ਹੀ ਉਹ ਆਪਣਾ ਕੰਮ ਕਰਨ ਲੱਗ ਜਾਂਦੇ ਨੇ। ਉਹਨਾਂ ਦੀ ਕਾਰਜਸ਼ੈਲੀ ਤੋਂ ਲੋਕਾਂ ਦੇ ਵਿੱਚ ਕਾਫੀ ਪ੍ਰਭਾਵ ਹੈ। ਔਰ ਕੁਝ ਕੰਮ ਵੀ ਕੀਤੇ ਨੇ, ਜਿਵੇਂ ਬਿਜਲੀ ਦੀਆਂ ਦਰਾਂ ਘਟਾਈਆਂ, ਬਿਜਲੀ ਦਾ ਬਿੱਲ ਘਟਿਆ। ਹੁਣ ਜਦੋਂ ਬਿਜਲੀ ਦਾ ਘਟ ਕੇ ਬਿੱਲ ਆਏਗਾ ਤਾਂ ਲੋਕਾਂ ਨੂੰ ਇੱਕ ਵਾਰ ਤਾਂ ਆਸ ਜ਼ਰੂਰ ਵੱਧ ਜਾਵੇਗੀ। ਜਿਵੇਂ 32 ਸੀਟਾਂ ਹਾਰਨ ਤੋਂ ਬਾਅਦ ਜਦੋਂ ਇਹਨਾਂ 'ਚੋਂ ਬਹੁ ਗਿਣਤੀ 32 ਜਿਹੜੀਆਂ ਹੋਈਆਂ, 29 ਵਿਧਾਨ ਸਭਾ ਤੇ 3 ਲੋਕ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੂਧੇ ਮੂੰਹ ਵੱਜੀ ਹੈ। ਇਸੇ ਕਰਕੇ ਫਿਰ ਵੱਧ ਰਹੀ ਮਹਿੰਗਾਈ ਤੇ ਬੇਲਗਾਮ ਹੋ ਕੇ ਕੁਝ ਰੁਪਈਏ ਪੈਟਰੋਲ ਡੀਜ਼ਲ ਸਸਤਾ ਕੀਤਾ। ਨਹੀਂ ਤਾਂ ਇਹ ਟ੍ਰੇਲਰ ਅੱਗੇ ਜਿਹੜੀ ਪਹਿਲੀ ਫਿਲਮ ਆ ਰਹੀ ਹੈ 5 ਰਾਜਾਂ ਦੀ, ਉਹਦੇ ਵਿੱਚ ਬੀਜੇਪੀ ਨੂੰ ਸੋਚਣਾ ਪੈਣਾ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਫਗਵਾੜਾ ਦੇ ਵਿਖੇ ਪਹੁੰਚੇ ਨੇ, ਜਿੱਥੇ ਉਹਨਾਂ ਨੇ ਵਿਸ਼ਵਕਰਮਾ ਡੇ ਤੇ ਮੰਦਿਰ ਨੂੰ 2 ਕਰੋੜ ਰੁਪਏ ਜਾਰੀ ਕੀਤੇ। ਇਹ ਵਿਸ਼ਵਕਰਮਾ ਮੰਦਿਰ ਹੈ ਜੀ ਫਗਵਾੜਾ ਦੇ ਵਿੱਚ, ਜਿੱਥੇ ਉਹਨਾਂ ਨੇ ਉਸ ਨੂੰ 2 ਕਰੋੜ ਰੁਪਏ ਦਾ ਰਾਸ਼ੀ ਜਾਰੀ ਕੀਤੀ ਹੈ, ਕਿਉਂਕਿ ਅੱਜ ਵਿਸ਼ਵਕਰਮਾ ਦਿਵਸ ਸੀਗਾ। ਵੱਖ-ਵੱਖ ਅਧਿਕਾਰੀ ਉੱਥੇ ਗਏ ਨੇ। ਲੁਧਿਆਣੇ ਦੇ ਵਿੱਚ ਜਿੱਥੇ ਇਹ ਨੇ ਸਨਅਤਕਾਰ ਨੇ, ਉੱਥੇ ਵੀ ਇੱਕ ਮੰਦਿਰ ਹੈਗਾ, 1 ਕਰੋੜ ਰੁਪਇਆ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕੇ ਆਏ ਨੇ। ਹੋਰਨਾਂ ਥਾਵਾਂ ਦੇ ਉੱਤੇ ਵੀ ਸਰਕਾਰ ਵੱਲੋਂ ਵਿਸ਼ਵਕਰਮਾ ਮੰਦਿਰਾਂ ਨੂੰ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਵੇਲੇ ਚੋਣਾਂ ਦਾ ਮੌਸਮ ਹੈ, ਕੋਈ ਸਿਆਸੀ ਧਿਰ ਕਿਸੇ ਕਿਸਮ ਦਾ ਆਪਦਾ ਢਿੱਲ ਮੱਠ ਨਹੀਂ ਛੱਡਣਾ ਚਾਹੁੰਦੀ। ਉਹ ਲਗਾਤਾਰ ਕਹਿੰਦੇ ਨੇ ਕਿ ਜਿੱਥੋਂ ਵੀ ਕੋਈ 4 ਵੋਟਾਂ ਦੀ ਆਸ ਕੀਤੀ ਜਾ ਸਕਦੀ ਹੈ, ਉੱਥੇ ਉਹ ਇਹ ਸਾਰਾ ਕੁਝ ਮੁਹੱਈਆ ਕਰਵਾ ਰਹੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ। ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ, ਤਾਂ ਨਵਜੋਤ ਸਿੰਘ ਸਿੱਧੂ ਅਕਸਰ ਆਪਣੀ ਹੀ ਸਰਕਾਰ ਤੇ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ। ਅੱਜ ਫਿਰ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਨਸ਼ਿਆਂ ਦਾ ਮੁੱਦਾ ਤੇ ਬੇਅਦਬੀ ਦਾ ਮੁੱਦਾ ਚੁੱਕਿਆ ਜੀ, ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਹੈ ਕਿ ਇਹਨਾਂ ਦੀ ਕਾਰਵਾਈ ਤੇ ਕੀ ਬਣ ਰਿਹਾ ਅੱਜ ਕੱਲ੍ਹ। ਦੇਖੋ, ਪਹਿਲਾਂ ਅਸੀਂ ਅੱਜ ਸਾਰੇ ਆਪਦੇ ਸਰੋਤਿਆਂ ਨੂੰ
ਕੱਲ੍ਹ ਅਸੀਂ ਦੀਵਾਲੀ ਤੇ ਬੰਦੀ ਤੋੜ ਦਿਵਸ ਮਨਾ ਕੇ ਹਟੇ ਹਾਂ। ਜੀ ਸਾਰਿਆਂ ਨੇ ਰਾਤ ਬਹੁਤ ਖੁਸ਼ੀਆਂ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ, ਇੱਕ ਦੂਜੇ ਨੂੰ ਤੋਹਫੇ ਵੀ ਦਿੱਤੇ। ਕਈ ਆਗੂਆਂ ਨੇ ਕਿਸਾਨਾਂ ਦੇ ਅੰਦੋਲਨ ਕਾਰਨ ਮਤਲਬ ਖੁਸ਼ੀਆਂ ਦਾ ਪ੍ਰਗਟਾਵਾ ਨਹੀਂ ਕੀਤਾ, ਦੀਵਾਲੀ ਨਹੀਂ ਮਨਾਈ। ਅੱਜ ਅਸੀਂ ਵਿਸ਼ਵਕਰਮਾ ਜੀ ਦਾ ਦਿਵਸ ਮਨਾ ਰਹੇ ਹਾਂ। ਵਿਸ਼ਵਕਰਮਾ ਜੀ ਇੱਕ ਕਿਰਤ ਦੇ ਦੇਵਤਾ ਸੀ, ਕਿਰਤੀ ਸੀ। ਉਹਨਾਂ ਨੇ ਅੱਜ ਜਿੰਨਾ ਵੀ ਕਾਰੋਬਾਰ ਕਰਦੇ ਨੇ ਸਾਡਾ ਭਾਈਚਾਰਾ, ਖਾਸ ਕਰ ਜਿਹੜੇ ਕਾਰਾਂ ਵਗੈਰਾ ਨੂੰ ਠੀਕ ਕਰਦੇ ਆ, ਸਕੂਟਰਾਂ ਨੂੰ ਠੀਕ ਕਰਦੇ ਆ, ਉਹ ਸਾਰੇ ਅੱਜ ਦੇ ਦਿਨ ਦੇ ਉੱਤੇ ਜਿੱਥੇ ਆਪਣੇ ਜਿਹੜੇ ਸੰਦ ਨੇ ਉਹਨਾਂ ਦੀ ਪੂਜਾ ਕਰਦੇ ਆ, ਉੱਥੇ ਅੱਜ ਦਾ ਦਿਨ ਇਹ ਜਿਹੜੇ ਵਿਸ਼ਵਕਰਮਾ ਜੀ ਨੇ ਉਹਨਾਂ ਨੂੰ ਸਮਰਪਿਤ ਕਰਕੇ ਮਨਾਉਂਦੇ ਆ, ਉਹਨਾਂ ਦੇ ਕੰਮ ਦੀ ਪੂਜਾ ਕਰਦੇ ਆ। ਮੈਂ ਤਾਂ ਇਹ ਸਮਝਦਾ ਸੀ ਕਿ ਇਸ ਦਿਨ ਛੁੱਟੀ ਕਰਨ ਦੀ ਥਾਂ 'ਤੇ ਸਮਾਂ ਦੀ ਵੱਧ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਵਿਸ਼ਵਕਰਮਾ ਜੀ ਨੇ ਸਾਨੂੰ ਜਿਹੜਾ ਹੈਗਾ ਉਹ ਕਿਰਤ ਸਿਖਾਈ ਹੈ, ਕੰਮ ਕਰਨਾ ਸਿਖਾਇਆ। ਸੋ ਅੱਜ ਦੇ ਦਿਨ ਦੇ ਉੱਤੇ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਆਸ ਰੱਖਦੇ ਹਾਂ ਕਿ ਵਿਸ਼ਵਕਰਮਾ ਜੀ ਦੇ ਦਿਨ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ 'ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ। ਹੁਣ ਤੁਸੀਂ ਸਵਾਲ ਕੀਤਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅੱਜ ਬੜੇ ਲੰਬੇ ਸਮੇਂ ਤੋਂ ਬਾਅਦ ਪ੍ਰੈਸ ਮਿਲਣੀ ਕੀਤੀ ਹੈ। ਇਹ ਵੀ ਉਹਦੇ ਵਿੱਚ ਦੱਸਤਾ ਕਿ ਉਹਨਾਂ ਨੇ ਅਸਤੀਫਾ ਵਾਪਸ ਲੈ ਲਿਆ। ਉਹ ਕਹਿੰਦੇ ਵੀ ਜਿਹੜੇ 5 ਮੁੱਦੇ ਸਭ ਤੋਂ ਅਹਿਮ ਨੇ, ਜਿਨ੍ਹਾਂ ਦੇ ਵਿੱਚ ਬੇਅਦਬੀਆਂ, ਨਸ਼ੇ, ਬਿਜਲੀ ਸਮਝੌਤੇ, ਮੁਲਾਜ਼ਮਾਂ ਦੀਆਂ ਮੰਗਾਂ, ਮਾਈਨਿੰਗ, ਇਹ 5 ਪ੍ਰਮੁੱਖ ਮੁੱਦੇ ਨੇ ਜਿਹੜੇ ਸਰਕਾਰ ਨੂੰ ਬਹੁਤ ਠੋਸ ਤਰੀਕੇ ਦੇ ਨਾਲ ਲੈਣੇ ਚਾਹੀਦੇ ਨੇ। ਨਵਜੋਤ ਸਿੱਧੂ ਨੇ ਕਿਹਾ ਕਿ ਜਿਹੜਾ ਨਸ਼ਿਆਂ ਵਾਲਾ ਮੁੱਦਾ ਹੈਗਾ, ਇਸ ਮਾਮਲੇ ਦੇ ਵਿੱਚ ਮਾਣਯੋਗ ਅਦਾਲਤ ਜਦੋਂ ਰਿਪੋਰਟ ਖੋਲ੍ਹੇਗੀ ਪਤਾ ਨਹੀਂ, ਪਰ ਵਿਧਾਨ ਸਭਾ ਦੇ ਵਿੱਚ ਇਹਨੂੰ ਜੱਗ ਜ਼ਾਹਰ ਕੀਤਾ ਜਾਵੇ। ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਕਈਆਂ ਦਾ ਜਿਹੜੀ ਆ ਦੀਵਾਲੀ ਮਨਾ ਕੇ ਹਟਿਆ, ਇਹਦਾ ਤਿਉਹਾਰ ਦਾ ਜਿਹੜਾ ਸਵਾਦ ਆ ਉਹ ਫਿੱਕਾ ਕਰਨ ਵਾਲੇ ਪਾਸੇ ਨੂੰ ਚੱਲੇ ਨੇ। ਪਰ ਉਹਨਾਂ ਨੇ ਕਿਹਾ ਕਿ ਸਾਡਾ ਇਹ ਮੁੱਦਾ ਸੀ 2017 ਦੇ ਵਿੱਚ ਅਸੀਂ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਬਾਦਲ ਪਰਿਵਾਰ ਦੇ ਨਾਲ ਮਿਲਿਆ ਹੋਇਆ ਸੀ, ਇਸ ਕਰਕੇ ਉਹਨਾਂ ਨੇ ਇਹਦੇ ਤੇ ਕੱਖ ਨਹੀਂ ਕੀਤਾ, ਚੁੱਪ ਚਪੀਤੇ ਰਹੇ। ਸੋ ਉਹਨਾਂ ਨੇ ਫਿਰ ਜਿਹੜੀ ਮੰਗ ਰੱਖੀ ਹੈ ਇਹਨਾਂ ਨੇ, ਨਵਜੋਤ ਸਿੰਘ ਸਿੱਧੂ ਨੇ, ਕਿ ਵਿਧਾਨ ਸਭਾ ਦੇ ਵਿੱਚ STF ਦੀ ਜਿਹੜੀ ਰਿਪੋਰਟ ਹੈ ਉਹ ਜ਼ਾਹਰ ਕਰੋ। ਮੇਰੀ ਬੜੇ ਸੀਨੀਅਰ ਵਕੀਲ ਨੇ ਪਟਿਆਲੇ ਦੇ NPS ਵੜੈਚ ਸਾਹਿਬ, ਉਹਨਾਂ ਦੇ ਨਾਲ ਥੋੜ੍ਹੀ ਦੇਰ ਪਹਿਲਾਂ ਗੱਲ ਹੋਈ ਹੈ। ਮੈਂ ਕਿਹਾ ਜੀ ਕੀ ਇਹ ਹੋ ਸਕਦਾ ਹੈ? ਉਹ ਕਹਿੰਦੇ ਵੀ ਮਾਨਯੋਗ ਹਾਈ ਕੋਰਟ ਨੇ ਤਾਂ ਕਿਤੇ ਪਾਬੰਦੀ ਤਾਂ ਲਾਈ ਨਹੀਂ, ਇਹ ਜਾਂਚ ਜਿੰਨੀ ਮਰਜ਼ੀ ਕਰਦੇ ਰਹਿਣ। ਜਿਹੜੀ ਰਿਪੋਰਟ ਦੇਣ ਵਾਲੇ ਅਧਿਕਾਰੀ ਨੇ ਦੋਏ, ਉਹ ਵੀ ਤਾਂ ਪੰਜਾਬ ਪੁਲਿਸ ਦੇ ADGP ਪੱਧਰ ਦੇ ਅਧਿਕਾਰੀ ਸਨ ਜਦੋਂ ਉਹਨਾਂ ਨੂੰ ਜਾਂਚ ਸੌਂਪਿਆ ਸੀ। ਹੁਣ ਉਹਨਾਂ 'ਚੋਂ ਇੱਕ DGP ਬਣ ਚੁੱਕੇ ਨੇ, DGP ਵੀ ਵਿਜੀਲੈਂਸ ਪੁਲਿਸ ਦੇ, ਅਤੇ ਉਹ ਵਿਧਾਨ ਸਭਾ ਦੇ ਵਿੱਚ ਆ ਸਕਦੀ ਹੈ, ਕੋਈ ਦੋ ਕਥਨੀਆਂ ਨਹੀਂ ਲਿਆਂਦੀ ਜਾ ਸਕਦੀ ਹੈ। ਇਹ ਗੱਲ ਉਹਨਾਂ ਨੇ ਕਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਹਨੂੰ ਵਿਧਾਨ ਸਭਾ 'ਚ ਲਿਆਓ। ਉਹ ਆਪਣੀ ਸਰਕਾਰ 'ਤੇ ਸਵਾਲ ਚੱਕਦੇ ਨੇ ਕਿ ਹੁਣ ਤੱਕ ਇਹ ਖੁਲਾਈ ਕਿਉਂ ਨਹੀਂ ਗਈ ਜੀ। ਟੇਢੇ ਤਰੀਕੇ ਨਾਲ ਉਹ ਜਿਹੜਾ ਸਾਰਾ ਦਾ ਸਾਰਾ ਸਵਾਲ ਹੈ ਨਾ, ਉਹ ਐਡਵੋਕੇਟ ਜਨਰਲ 'ਤੇ ਚੱਕਦੇ ਨੇ ਵੀ ਉਹਨੇ ਖਿਲਾਉਣੀ ਹੈ। ਸੋ ਦੂਜੀ ਗੱਲ ਉਹਨਾਂ ਨੇ ਕਹੀ ਕਿ ਬਿਜਲੀ ਮਾਮਲਿਆਂ ਦੇ ਉੱਤੇ ਸਰਕਾਰ ਨੇ ਕਦਮ ਉਠਾਏ ਨੇ, ਇਹਦੇ ਤੋਂ ਮੈਂ ਖੁਸ਼ ਹਾਂ। ਬਿਜਲੀ ਦਰਾਂ ਵੀ ਘਟਾਈਆਂ ਨੇ, ਸਮਝੌਤੇ ਰੱਦ ਕਰਨ ਵਾਲੇ ਪਾਸੇ ਨੂੰ ਵੀ ਤੁਰੇ ਨੇ, ਲੇਕਿਨ ਜਿਹੜਾ ਸਫੈਦ ਪੱਤਰ ਬਣਾਇਆ ਪਿਆ ਹੈ, ਉਹ ਸਫੈਦ ਪੱਤਰ ਜ਼ਰੂਰ ਜੱਗ ਜ਼ਾਹਰ ਕਰੋ ਜੀ, ਪਤਾ ਤਾਂ ਲੱਗੇ ਵੀ ਕਿਹੜੇ ਨੇ ਕਿੰਨੀ ਮਲਾਈ ਖਾਧੀ ਹੈ। ਜਿਨ੍ਹਾਂ ਨੇ ਸਮਝੌਤੇ ਕੀਤੇ ਉਹਨਾਂ ਦੇ ਹਿੱਸਾ ਮਲਾਈ ਕਿੰਨੀ ਗਈ, ਅਤੇ ਜਿਨ੍ਹਾਂ ਨੇ 4.5 ਸਾਲ ਇਸ ਪਾਸੇ ਵੱਲ ਵੇਖਿਆ ਹੀ ਨਹੀਂ, ਉਹਨਾਂ ਵੱਲ ਮਲਾਈ ਕਿੰਨੀ ਜਾ ਰਹੀ ਸੀ। ਇਹ ਗੱਲ ਜੱਗ ਜ਼ਾਹਰ ਹੋਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਅੱਜ ਪੱਤਰਕਾਰਾਂ ਦੇ ਨਾਲ ਮਤਲਬ ਕਾਫੀ ਲੰਬੇ ਸਮੇਂ ਤੋਂ ਗੱਲ ਕਰਦੇ ਰਹੇ। ਕਈ ਗੱਲਾਂ ਦੇ ਵਿੱਚ ਇੰਝ ਲੱਗਿਆ ਕਿ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਜੋ ਟਰਨ ਵੀ ਮਾਰਿਆ। ਅਸਤੀਫਾ, ਕਈ ਸਵਾਲ ਵੀ ਸਰਕਾਰ ਦੇ ਉੱਤੇ ਚੁੱਕਦੇ ਆ, ਲੇਕਿਨ ਜਿਹੜਾ ਲਾਲੀਪਾਪ ਵਾਲਾ ਗੱਲ ਸੀ ਉਹਦੇ ਨੂੰ ਉਹ ਬੜੇ ਵਧੀਆ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਵਾਲੇ ਪਾਸੇ ਨੂੰ ਤੋਰ ਕੇ ਕਹਿੰਦੇ ਵੀ 26 ਲੱਖ ਨੌਕਰੀਆਂ ਦੀ ਗੱਲ ਕਰਦਾ ਹੈ।
ਕਈ ਤਰ੍ਹਾਂ ਦੀਆਂ ਹੋਰ ਵਾਅਦੇ ਲੋਕਾਂ ਨਾਲ ਕਰਦਾ। ਕਹਿੰਦੇ ਮੈਂ ਨਾਂ ਤਾਂ ਨਹੀਂ ਲਿਆ, ਇਹ ਕੇਜਰੀਵਾਲ ਦਾ ਵੀ ਹੋ ਸਕਦਾ ਹੈ। ਉਹ ਲਾਲੀਪਾਪ ਆ ਕੇ ਦੇ ਰਿਹਾ ਹੈਗਾ, ਅਸੀਂ ਆਹ ਬਿਜਲੀ ਦਾ ਕੰਮ ਕਰਾਂਗੇ, ਫਲਾਨਾ ਕਰਾਂਗੇ, ਢਿਮਕਾ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਸ ਮਾਮਲੇ ਦੇ ਵਿੱਚ ਕਦਮ ਉਠਾ ਲਿਆ। ਲੇਕਿਨ ਤੁਰੰਤ ਜਿਹੜੀ ਹੈ ਇਸ ਵੇਲੇ ਭੰਗੂ ਉਹ ਸਪਸ਼ਟਤਾ ਹੋਣੀ ਚਾਹੀਦੀ ਹੈ। ਜਿਹੜੀ ਗੱਲ ਉਹ ਕਹਿੰਦੇ ਵੀ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਬਚਿਆ, ਜਿਹੜੇ ਵਾਅਦੇ ਅਸੀਂ ਕੀਤੇ ਸੀ ਉਹਨਾਂ ਦੇ ਵਾਲੇ ਪਾਸੇ ਨੂੰ ਤੁਰੋ, ਰੇਤ ਮਾਫੀਆ ਨੂੰ ਜੱਗ ਜ਼ਾਹਰ ਕਰੋ ਵੀ ਕਿਹੜੇ ਕਿਹੜੇ ਰੇਤ ਦੇ ਨਾਲ ਹੱਥ ਰੰਗੇ ਹੋਇਆ ਕਈਆਂ ਦੇ। ਸੋ ਨਵਜੋਤ ਸਿੱਧੂ ਨੇ ਕਾਫੀ ਲੰਬਾ ਸਮਾਂ ਅੱਜ ਪੱਤਰਕਾਰਾਂ ਦੇ ਜਵਾਬ ਵੀ ਦਿੱਤੇ। ਕਈ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਵਿਚਾਰਕ ਜਿਹੜੇ ਵਖਰੇਵੇਂ ਸੀ ਉਹ ਵੀ ਨਜ਼ਰ ਆਏ। ਲੇਕਿਨ ਪਰ ਉਹਨਾਂ ਨੇ ਆਖਿਆ ਕਿ ਉਸ ਜਿੱਥੇ ਜਿੱਥੇ ਸਰਕਾਰ ਢਿੱਲੀ ਪਏਗੀ ਉੱਥੇ ਉਹਦੀਆਂ ਤੜਾਮਾਂ ਕੱਸਦੇ ਰਹਿਣਗੇ, ਉਹਨਾਂ ਨੂੰ ਯਾਦ ਕਰਾਉਂਦੇ ਰਹਿਣਗੇ ਕਿ ਆਪਾਂ ਕਿਹੜੇ ਸਮਝੌਤਿਆਂ ਕਰਕੇ ਆਏ ਸੀ ਤੇ ਕਿੰਨਾ ਮੰਗਾਂ ਕਰਕੇ ਲੋਕ ਜਦੋਂ ਕੱਲ੍ਹ ਨੂੰ ਅਸੀਂ 2022 'ਚ ਵੋਟਾਂ ਮੰਗਣ ਵਾਸਤੇ ਜਾਣਾ ਹੈ ਤਾਂ ਲੋਕਾਂ ਨੇ ਉਹ ਸਾਡੇ ਤੋਂ ਸਵਾਲ ਪੁੱਛਣੇ ਨੇ। ਇਸ ਲਈ ਸਾਡੇ ਕੋਲ ਸਮਾਂ ਥੋੜ੍ਹਾ ਹੈ। ਇਸ ਰਹਿੰਦੇ ਸਮੇਂ ਦੇ ਵਿੱਚ ਅਸੀਂ ਜਿਹੜੇ ਵਾਅਦੇ ਹੈ ਉਹਨਾਂ ਨੂੰ ਨੇਪਰੇ ਚਾੜ੍ਹਨ ਦਾ ਯਤਨ ਕਰੀਏ। ਕਈ ਕੰਮਾਂ ਦੇ ਵਿੱਚ ਉਹਨਾਂ ਨੇ ਸਰਕਾਰ ਦੀ ਸ਼ਲਾਘਾ ਵੀ ਕੀਤੀ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਿੱਧੂ ਪਰਿਵਾਰ ਤੇ ਸਿੱਧੂ ਪਰਿਵਾਰ ਨੇ ਜਿਹੜੀ ਉਹ ਦੀਵਾਲੀ ਵੀ ਨਹੀਂ ਮਨਾਈ, ਜਿਸ ਦਾ ਟਵੀਟ ਸਿੱਧੂ ਸਾਹਿਬ ਦੀ ਬੇਟੀ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ 'ਤੇ ਪਾ ਕੇ ਕੀਤਾ ਜੀ। ਉਹ ਰਾਬੀਆ ਸਿੱਧੂ ਹੋਰਾਂ ਦਾ ਟਵੀਟ ਹੈ। ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਦੇਸ਼ ਦਾ ਅੰਨਦਾਤਾ ਕਿਸਾਨ ਉੱਥੇ ਬੈਠਾ ਹੋਵੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਤਾਂ ਉਸ ਵੇਲੇ ਜਿਹੜਾ ਦੀਵਾਲੀ ਕੀ ਮਨਾਈ ਜਾਵੇ। ਬੀਬੀ ਰਾਬੀਆ ਸਿੱਧੂ ਦੀ ਗੱਲ ਤਾਂ ਬਿਲਕੁਲ ਦਰੁਸਤ ਹੈਗੀ ਹੈ, ਪਰ ਜਿਹੜੀ ਦੀਵਾਲੀ ਹੈ ਉਹਨੂੰ ਅਸੀਂ ਗੁਰੂ ਸਾਹਿਬ ਦੇ ਨਾਲ ਜੋੜਿਆ ਹੋਇਆ। ਗੁਰੂ 6ਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਦੇ ਨਾਲ ਆਜ਼ਾਦ ਹੋਏ ਸਨ, ਉਸ ਵੇਲੇ ਜਦੋਂ ਅੰਮ੍ਰਿਤਸਰ ਪੁੱਜੇ ਤਾਂ ਸਿੱਖ ਸੰਗਤਾਂ ਨੇ ਉਹਨਾਂ ਦੀ ਆਮਦ ਵਿੱਚ ਘਿਓ ਦੇ ਦੀਵੇ ਵਾਲੇ ਸਨ। ਦੂਜੇ ਪਾਸੇ 14 ਸਾਲ ਦਾ ਬਨਵਾਸ ਕੱਟ ਕੇ ਸ਼੍ਰੀ ਰਾਮਚੰਦਰ ਜੀ ਜਦੋਂ ਅਯੁੱਧਿਆ ਪਰਤੇ ਸਨ ਤਾਂ ਉੱਥੇ ਵੀ ਦੀਵੇ ਵਾਲੇ ਗਏ ਸਨ। ਸੋ ਉਹ ਕਹਿੰਦੇ ਵੀ ਉਹਦੀ ਗੱਲ ਠੀਕ ਹੈ ਬਿਲਕੁਲ ਕਿ ਕਿਸਾਨਾਂ ਦਾ ਦਰਦ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ। 700 ਦੇ ਲਗਭਗ ਕਿਸਾਨ ਆਪਣੀਆਂ ਜਾਨਾਂ ਵਾਰ ਗਏ, ਇਸ ਲਈ ਸਾਨੂੰ ਇਸ ਪਾਸੇ ਵੱਲ ਵੀ ਦੇਖਣਾ ਚਾਹੀਦਾ। ਸੋ ਸੁਖਬੀਰ ਭੰਗੂ ਜੀ ਜਿਹੜੀ ਗੱਲ ਉਸ ਬੀਬੀ ਨੇ ਕੀਤੀ ਹੈ ਕਿ ਅਸੀਂ ਅੱਜ ਦੀਵਾਲੀ ਨਹੀਂ ਮਨਾਵਾਂਗੇ ਕਿਉਂਕਿ ਉੱਥੇ ਸਾਡੇ ਕਿਸਾਨ ਵੀਰ ਬੈਠੇ ਨੇ, ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਇਸ ਨਰਿੰਦਰ ਮੋਦੀ ਦੀ ਸਰਕਾਰ ਨੂੰ ਤੁਰੰਤ ਉਹਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ। ਇਸ ਕਰਕੇ ਉਹਨੇ ਕਿਹਾ ਕਿ ਅਸੀਂ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ ਇੱਕ ਰੋਸ ਵਜੋਂ। ਪਰ ਮੈਂ ਸਮਝਦਾ ਕਿ ਜਿਹੜਾ ਗੁਰੂ ਸਾਹਿਬ ਨਾਲ ਜੁੜੀ ਹੋਈ ਗੱਲ ਹੋਵੇ ਉਹਦਾ ਢੰਗ ਹੋਰ ਕੀਤਾ ਜਾ ਸਕਦਾ ਹੈ, ਪਰ ਗੁਰੂ ਸਾਹਿਬ ਤੋਂ ਕੋਈ ਉੱਪਰ ਨਹੀਂ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਤਾਂ ਉਹਨਾਂ ਨੇ ਦੀਵਾਲੀ ਗਰੀਬ ਪਰਿਵਾਰਾਂ ਨਾਲ ਮਨਾਈ ਆ ਅਤੇ ਉਹਨਾਂ ਨੂੰ ਇਹ ਰਹਿਣ ਵਸੇਰੇ ਦੇ ਜਿਹੜੇ ਆਪਾਂ ਕਹਿੰਦੇ ਕਾਰਡ ਵੀ ਦਿੱਤੇ ਨੇ, ਉਹਨਾਂ ਨੂੰ ਜਿਹੜੇ ਉਹ ਮਾਨਤਾ ਜਿਹੜੇ ਘਰਾਂ ਦੀ ਮਾਨਤਾ ਵੀ ਦਿੱਤੀ ਹੈ। ਜਿਹੜੇ ਦੇਖੋ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਚਰਨਜੀਤ ਸਿੰਘ ਚੰਨੀ ਹਰ ਰੋਜ਼ ਨਿਵੇਕਲੇ ਅੰਦਾਜ਼ ਦੇ ਵਿੱਚ ਕੁਝ ਨਾ ਕੁਝ ਕਰਦੇ ਰਹਿੰਦੇ ਨੇ, ਚੰਗੀ ਗੱਲ ਹੈ। ਜੇ ਕੋਈ ਬੰਦਾ ਆਮ ਬੰਦਿਆਂ ਵਾਂਗ ਕੰਮ ਕਰੇ, ਆਮ ਬੰਦਿਆਂ ਵਾਂਗ ਚੱਲੇ, ਆਮ ਬੰਦਿਆਂ ਵਾਂਗ ਹੀ ਉਹ ਵਿਚਰੇ ਤੇ ਲੋਕਾਂ ਦੀਆਂ ਤਕਲੀਫਾਂ ਤਾਂ ਹੀ ਪਤਾ ਲੱਗਣਗੀਆਂ, ਨਹੀਂ ਲੋਕਾਂ ਦੀਆਂ ਤਕਲੀਫਾਂ ਦਾ ਪਤਾ ਨਹੀਂ ਲੱਗਦਾ। ਜਿਹੜਾ ਕਦਮ ਉਹਨਾਂ ਨੇ ਕਈ ਦਿਨਾਂ ਤੋਂ ਉਠਾ ਰਹੇ ਨੇ, ਕਦੇ ਉਹ ਵਿਆਹ ਵਾਲੇ ਘਰ 'ਚ ਜਾਂਦੇ ਨੇ, ਕਦੇ ਉਹ ਆਮ ਲੋਕਾਂ ਦੇ ਵਿੱਚ ਜਾਂਦੇ ਨੇ, ਕਦੇ ਤੁਰੇ ਜਾਂਦੇ ਸਮਾਗਮਾਂ ਦੇ ਵਿੱਚ ਖੜ੍ਹ ਜਾਂਦੇ ਨੇ, ਤਾਂ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ, ਕਦੇ ਕੰਧ 'ਤੇ ਬੈਠ ਕੇ ਹੀ ਉਹ ਆਪਣਾ ਕੰਮ ਕਰਨ ਲੱਗ ਜਾਂਦੇ ਨੇ। ਉਹਨਾਂ ਦੀ ਕਾਰਜਸ਼ੈਲੀ ਤੋਂ ਲੋਕਾਂ ਦੇ ਵਿੱਚ ਕਾਫੀ ਪ੍ਰਭਾਵ ਹੈ ਔਰ ਕੁਝ ਕੰਮ ਵੀ ਕੀਤੇ ਨੇ, ਜਿਵੇਂ ਬਿਜਲੀ ਦੀਆਂ ਦਰਾਂ ਘਟਾਈਆਂ, ਬਿਜਲੀ ਦਾ ਬਿੱਲ ਘਟਿਆ। ਹੁਣ ਜਦੋਂ ਬਿਜਲੀ ਦਾ ਘਟ ਕੇ ਬਿੱਲ ਆਏਗਾ ਤਾਂ ਲੋਕਾਂ ਨੂੰ ਇੱਕ ਵਾਰ ਤਾਂ ਆਸ ਜ਼ਰੂਰ ਵੱਧ ਜਾਵੇਗੀ। ਜਿਵੇਂ 32 ਸੀਟਾਂ ਹਾਰਨ ਤੋਂ ਬਾਅਦ ਜਦੋਂ ਇਹਨਾਂ 'ਚੋਂ ਬਹੁ ਗਿਣਤੀ 32 ਜਿਹੜੀਆਂ ਹੋਈਆਂ 29 ਵਿਧਾਨ ਸਭਾ ਅਤੇ 3 ਲੋਕ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਮੂਧੇ ਮੂੰਹ ਵੱਜੀ ਹੈ। ਇਸੇ ਕਰਕੇ ਫਿਰ ਵੱਧ ਰਹੀ ਮਹਿੰਗਾਈ ਤੇ ਬੇਲਗਾਮ ਹੋ ਕੇ ਕੁਝ ਰੁਪਈਏ ਪੈਟਰੋਲ ਡੀਜ਼ਲ ਸਸਤਾ ਕੀਤਾ। ਨਹੀਂ ਤਾਂ ਇਹ ਟ੍ਰੇਲਰ ਅੱਗੇ ਜਿਹੜੀ ਪਹਿਲੀ ਫਿਲਮ ਆ ਰਹੀ ਹੈ 5 ਰਾਜਾਂ ਦੀ, ਉਹਦੇ ਵਿੱਚ ਬੀਜੇਪੀ ਨੂੰ ਸੋਚਣਾ ਪੈਣਾ। ਇਹ ਹੁਣ ਇਹ ਰੇਟ ਘਟੇ ਨੇ, ਹੁਣ ਕਿਵੇਂ ਫਰਕ ਪੈ ਗਿਆ? ਜਿਹੜਾ ਇਹ ਬੇਲਗਾਮ ਹੋ ਰਿਹਾ ਸੀ
ਇੱਕ 5-4 ਯਾਰਾਂ ਦੇ ਪਿੱਛੇ ਸਾਰਾ ਹਿੰਦੁਸਤਾਨ ਡੋਬਤਾ। ਸੋ ਇਹਦੇ ਵਿੱਚ ਸਾਨੂੰ ਕੋਈ ਨਾ ਕੋਈ ਠੋਸ ਕਦਮ ਉਠਾਉਣ ਦੀ ਜ਼ਰੂਰਤ ਹੈਗੀ ਹੈ। ਇਸ ਵੇਲੇ ਕਿਸਾਨਾਂ ਦੀ ਜੇ ਨਬਜ਼ ਨਾ ਫੜੀ ਨਾ ਸਮਝੀ ਤਾਂ ਕਾਫੀ ਦੇਰ ਹੋ ਜਾਵੇਗੀ। ਫਿਰ ਜਿਹੜੀ ਇਹ ਫਿਲਮ ਨਵੀਂ ਆ ਰਹੀ ਹੈ ਉਹਦਾ ਅਸਰ ਉਹਦੇ ਤੇ ਵੀ ਉਸ ਫਿਲਮ ਤੇ ਪਵੇਗਾ ਔਰ ਕੋਈ ਹੋਰ ਬੰਦਾ ਯੂਪੀ ਦੇ ਵਿੱਚ ਜਾਂ ਹੋਰ ਰਾਜਾਂ ਦੇ ਵਿੱਚ ਉਹ ਕਾਬਜ਼ ਹੋ ਸਕਦਾ ਹੈ। ਉੱਥੋਂ 2024 ਤੱਕ ਜਾਏਗਾ ਰਾਹ। ਇਹ ਹੁਣ ਦੇਖਣਾ ਹੋਵੇਗਾ ਕਿ ਇਹਦਾ ਕਿੰਨਾ ਕੁ ਅਸਰ ਪੈਂਦਾ ਇਹਨਾਂ ਚੋਣਾਂ ਦੇ ਵਿੱਚ। ਜੀ, ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਿੰਘੂ ਬਾਰਡਰ ਦੀ, ਤਾਂ ਸਿੰਘੂ ਬਾਰਡਰ 'ਤੇ ਕਿਸਾਨ 3 ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਬੈਠੇ ਨੇ। ਜਿੱਥੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਮਨਾਈ ਆ, ਤਾਂ ਕਈ ਕਿਸਾਨਾਂ ਨੇ ਉੱਥੇ ਵੀ ਜਿਹੜੀ ਆ ਉਹ ਦੀਵਾਲੀ ਮਨਾਈ ਆ। ਪਰ ਉੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਆ, ਜਿਸ ਦੇ ਵਿੱਚ ਉੱਥੇ ਕਈ ਕਾਰਨ ਹੋਣ ਕਰਕੇ ਅੱਗ ਲੱਗੀ ਤੇ ਕਿਸਾਨਾਂ ਨੇ ਇਸ ਅੱਗ ਨੂੰ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਦੱਸਿਆ ਜੀ। ਦੇਖੋ, ਇਹ 4-5ਵੀਂ ਘਟਨਾ ਹੋ ਗਈ ਉੱਥੇ। ਇਸ ਤੋਂ ਪਹਿਲਾਂ ਵੀ ਇਹ ਘਟਨਾ ਉੱਥੇ ਵਾਪਰੀ ਹੈ ਕੁਝ ਚਿਰ ਪਹਿਲਾਂ। ਇਹ ਉੱਥੇ ਹੀ ਕਿਉਂ ਵਾਪਰਦੀ ਹੈ? ਕਿਸਾਨਾਂ ਵੱਲੋਂ ਵੀ ਚੌਕਸੀ ਵਧਾਉਣੀ ਚਾਹੀਦੀ ਹੈ। ਚੌਕਸੀ ਉਨੀ ਰੱਖੀ ਨਹੀਂ ਜਾ ਰਹੀ ਜਿੰਨੀ ਹੋਣੀ ਚਾਹੀਦੀ ਸੀ। ਜਾਂ ਉਹਦੇ ਜਿਹੜੇ ਆਊਟਰ ਪੁਆਇੰਟ ਨੇ ਉਹਨਾਂ ਦੇ ਉੱਤੇ ਮੇਰਾ ਖਿਆਲ ਹੈ ਕਿ ਸਾਨੂੰ CCTV ਕੈਮਰੇ ਲਗਾ ਦੇਣੇ ਚਾਹੀਦੇ ਨੇ, ਜਿਹੜੇ ਅਜੇ ਤੱਕ ਨਹੀਂ ਲੱਗੇ। ਉਹ ਪੁਲਿਸ ਪਹੁੰਚ ਗਈ। ਪਹਿਲਾਂ ਕਿਸਾਨਾਂ ਨੇ ਜਦੋਂ ਜਹਿਦ ਕੀਤੀ, ਜੇ ਕਿਤੇ ਝੁੱਗੀਆਂ ਵਾਲੇ ਪਾਸੇ ਨੂੰ ਚੱਲ ਜਾਂਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਖੁਸ਼ਕਿਸਮਤੀ ਇਸ ਗੱਲ ਦੀ ਹੈ ਕਿ ਮਾਲੀ ਨੁਕਸਾਨ ਨਹੀਂ ਹੋਇਆ, ਕਿਉਂਕਿ ਉਹ ਸਾਰੇ ਅਰਦਾਸ ਕਰਨ ਦੇ ਵਿੱਚ ਲੱਗੇ ਹੋਏ ਸਨ, ਝੁੱਗੀਆਂ ਦੇ ਵਿੱਚ ਨਹੀਂ ਸੀ। ਪਰ ਇਹ ਘਟਨਾ ਉਸ ਵੇਲੇ ਵਾਪਰਨਾ ਇਹ ਬਹੁਤ ਮਾੜੀ ਹੈ। ਇਹਦੇ ਵਿੱਚ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ। ਅਜੇ ਤੱਕ ਜਿਹੜੀ ਪਿਛਲੀਆਂ ਅੱਗਾਂ ਲੱਗੀਆਂ ਉਹਦੇ ਵਿੱਚ ਵੀ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ। ਜੇ ਕੀਤਾ ਹੀ ਆਪ ਹੋਵੇ, ਕਿਸਾਨਾਂ ਵੱਲੋਂ ਦੋਸ਼ ਲੱਗਦਾ ਕਿ ਇਹ ਸਾਰਾ ਦਾ ਸਾਰਾ ਮਾਮਲਾ, ਇਹਦੀ ਸਕ੍ਰਿਪਟ, ਇਹਦੀ ਪਟਕਥਾ ਕਿਤੇ ਹੋਰ ਲਿਖੀ ਜਾ ਰਹੀ ਹੈ। ਇਹ ਮਾੜੀ ਹੈ, ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ 3 ਖੇਤੀ ਕਾਨੂੰਨਾਂ ਦੀ, ਤਾਂ 3 ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ। ਹਰੇਕ ਸਮਾਗਮ ਦੇ ਵਿੱਚ ਕਿਸਾਨ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਤੇ ਉੱਥੇ ਵਿਰੋਧ ਕਰਦੇ ਨੇ। ਤੇ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਸਿੱਧਾ ਪ੍ਰਸਾਰਣ ਦਿਖਾਇਆ ਜਾ ਰਿਹਾ ਸੀ, ਜੋ ਕਿ ਹਰਿਆਣਾ ਦੇ ਵਿੱਚ ਕਿਸਾਨ ਦੇ BJP ਲੀਡਰ ਜਿਹੜਾ ਉਹ ਦੇਖਣ ਪਹੁੰਚ ਰਹੇ ਸਨ, ਜਿੱਥੇ ਕਿ ਕਿਸਾਨਾਂ ਵੱਲੋਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਜੀ। ਇਹ ਰੋਹਤਕ ਦਾ ਪ੍ਰਾਚੀਨ ਮੰਦਿਰ ਹੈ ਜੀ। ਉਸ ਪ੍ਰਾਚੀਨ ਮੰਦਿਰ ਦੇ ਵਿੱਚ ਉਹ ਆਪਣੇ ਵੱਡੇ ਆਗੂ, ਜਿਹਨੇ ਸਾਰੇ ਦੇਸ਼ ਦੇ ਲੋਕਾਂ ਦਾ ਨੱਕ 'ਚ ਦਮ ਕੀਤਾ ਵਾ ਜੀ, ਉਹਦਾ ਸਿੱਧਾ ਪ੍ਰਸਾਰਣ ਸੁਣਨ ਵਾਸਤੇ ਗਏ ਸੀ ਭਾਜਪਾ ਆਗੂ। ਤਾਂ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਉਹ ਇੱਥੇ ਆਏ ਨੇ, ਤਾਂ ਕਿਸਾਨਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ, ਇੱਥੋਂ ਤੱਕ ਕਿ ਉਹਨਾਂ ਦੀਆਂ ਕਈ ਕਾਰਾਂ ਦੀ ਹਵਾ ਵਗੈਰਾ ਵੀ ਕੱਢ ਦਿੱਤੀ ਗਈ। ਇਹ ਭਾਰਤੀ ਜਨਤਾ ਪਾਰਟੀ ਦੇ ਆਗੂ ਬਾਰ-ਬਾਰ ਕਿਸਾਨਾਂ ਦੇ ਜਾ ਕੇ ਉਹਨਾਂ ਦੇ ਜ਼ਖਮ ਕਿਉਂ ਚੀੜਦੇ ਨੇ? ਕੀ ਲੋੜ ਪਈ ਆ ਉੱਥੇ ਜਾਣ ਦੀ? ਜਦੋਂ ਕਿਸਾਨ ਤੁਹਾਨੂੰ ਨਹੀਂ, ਜਿੰਨਾ ਜ਼ੋਰ ਤੁਸੀਂ ਇਹਨਾਂ ਕੰਮਾਂ ਤੇ ਲਾਇਆ ਹੈ, ਜੇ ਇੰਨਾ ਕੁ ਜ਼ੋਰ ਤੁਸੀਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਵਾਲੇ ਪਾਸੇ ਲਾ ਦਿੰਦੇ ਤਾਂ ਮੈਂ ਸਮਝਦਾ ਕਿ ਕਾਫੀ ਕੁਝ ਹੋ ਸਕਦਾ ਸੀ। ਸੋ ਇਹਦੇ ਵਿੱਚ ਭੰਗੂ ਸਾਹਿਬ ਜਿਹੜੇ ਇਹ ਆਗੂ ਬਾਰ-ਬਾਰ ਜਾਂਦੇ ਨੇ, ਅਸਲ ਗੱਲ ਕੀ ਹੈਗੀ ਹੈ ਕਿ ਜਿਹੜੀ ਇਹਨਾਂ ਦੇ 2 ਆਗੂ ਨੇ, ਹਮ ਦੋ ਹਮਾਰੇ ਦੋ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ, ਬਾਕੀ ਕੋਈ ਅੱਖ ਪਾ ਕੇ ਉਹਦੇ ਵੱਲ ਝਾਕਦੇ ਨਹੀਂ ਤੇ ਕਿਸੇ ਦੀ ਹਿੰਮਤ ਨਹੀਂ ਉਹਨਾਂ ਨੂੰ ਗੱਲ ਕਰ ਸਕੋ। ਜਦੋਂ ਡਿਕਟੇਟਰਸ਼ਿਪ ਆ ਜਾਵੇ, ਲੋਕਤੰਤਰ ਦੇ ਵਿੱਚ ਡਿਕਟੇਟਰਸ਼ਿਪ ਦਾ ਕੋਈ ਸਥਾਨ ਨਹੀਂ ਹੁੰਦਾ। ਜਦੋਂ ਡਿਕਟੇਟਰਸ਼ਿਪ ਪੈਦਾ ਹੋ ਜਾਵੇ, ਫਿਰ ਇਸ ਕਿਸਮ ਦੇ ਜਿਹੜੇ ਆ ਉਹ ਕੰਮ ਹੁੰਦੇ ਨੇ, ਜਿਹੜੇ ਮੰਦਭਾਗੇ ਨੇ, ਮਾੜੇ ਨੇ, ਨਹੀਂ ਹੋਣੇ ਚਾਹੀਦੇ। ਸੋ ਇਹ ਮਾੜੀ ਗੱਲ ਹੋਈ ਹੈ। ਸੋ ਇਸ ਦੇ ਤੋਂ ਬਚਣਾ ਚਾਹੀਦਾ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਵੀ ਕੋਈ ਆਪਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੇ ਇਸ ਤਰ੍ਹਾਂ ਦਾ ਦਬਾਅ ਪਾਓ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਓ, ਤਾਂ ਕਿ ਤੁਹਾਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਨਾ ਕਰਨਾ ਪਵੇ। ਬਾਰ-ਬਾਰ ਇਹ ਘਟਨਾ ਵਾਪਰਦੀ ਹੈ ਤੇ ਬਾਰ-ਬਾਰ ਇਹ ਲੋਕ ਉੱਥੇ ਜਾਂਦੇ ਨੇ। ਇਸ ਤਰ੍ਹਾਂ ਦਾ ਤੋਂ ਬਚਿਆ ਜਾਣਾ ਚਾਹੀਦਾ ਜੀ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਮਹਿੰਗਾਈ ਦੀ, ਤਾਂ ਮਹਿੰਗਾਈ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਉਹ ਪੰਜਾਬ ਦੇ ਵਿੱਚ ਬਿਜਲੀ ਸਸਤੀ ਕੀਤੀ ਹੈ ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਪੈਟਰੋਲ ਤੇ ਡੀਜ਼ਲ ਦਾ ਰੇਟ ਵੀ ਘਟਾਇਆ ਗਿਆ। ਤੇ ਹੁਣ ਕਿਹਾ ਜਾ ਰਿਹਾ ਕਿ ਕੱਲ੍ਹ ਨੂੰ ਪੰਜਾਬ ਸਰਕਾਰ ਦੁਆਰਾ ਇੱਕ ਕੈਬਨਿਟ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਪੰਜਾਬ ਅੰਦਰ ਹੋਰ ਵੀ ਘੱਟ ਕੀਤੀਆਂ ਜਾ ਸਕਦੀਆਂ ਨੇ। ਦੇਖੋ, ਜਿਹੜੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਪੈਟਰੋਲ ਪੰਪ ਨੇ, ਜਿਹੜਾ ਹਿਮਾਚਲ ਨਾਲ ਲੱਗਦਾ ਹੈ, ਹਰਿਆਣੇ ਨਾਲ ਲੱਗਦਾ ਹੈ, ਚੰਡੀਗੜ੍ਹ ਨਾਲ ਲੱਗਦਾ ਹੈ, ਉਹ ਤਕਰੀਬਨ ਖਾਲੀ ਨੇ।
ਕਿਉਂਕਿ ਹਰਿਆਣੇ ਨੇ 2 ਰੁਪਏ ਹੋਰ ਆਪਦਾ ਵੈਟ ਘਟਾ ਦਿੱਤਾ ਹੈ। ਜੇ ਪੰਜਾਬ ਨੇ ਹਰਿਆਣੇ ਦੇ ਬਰਾਬਰ ਨਾ ਕੀਤਾ ਤਾਂ ਜਿਹੜੇ ਪੰਜਾਬ ਦੇ ਖੇਤਰ ਦੇ ਪੈਟਰੋਲ ਪੰਪ ਨੇ ਇਹ ਹੋਰ ਵੀ ਨੁਕਸਾਨੇ ਜਾਣਗੇ। ਇਹਨਾਂ ਦਾ ਇਸ ਤੋਂ ਵੱਡਾ ਨੁਕਸਾਨ ਹੋਵੇਗਾ। ਸੋ ਕੱਲ੍ਹ ਨੂੰ ਕੈਬਨਿਟ ਮੀਟਿੰਗ ਹੋ ਰਹੀ ਹੈ। ਲੋਕਾਂ ਨੂੰ ਬੜੀ ਆਸ ਰੱਖੀ ਹੋਈ ਹੈ ਕਿ ਹਰੇਕ ਕੈਬਨਿਟ ਦੇ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਰਾਹਤਾਂ ਦਿੰਦੇ ਨੇ। ਉਮੀਦ ਕਰਨੀ ਚਾਹੀਦੀ ਹੈ ਕਿ ਘੱਟੋ ਘੱਟ ਇਹਦੀ ਕੀਮਤ ਜਿਹੜੇ ਗੁਆਂਢੀ ਰਾਜ ਨੇ ਉਹਨਾਂ ਦੇ ਮੁਕਾਬਲਤਨ ਕੀਤੀ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਸਸਤਾ ਪੈਟਰੋਲ ਤੇ ਡੀਜ਼ਲ ਮਿਲੇ ਤੇ ਨਾਲ ਜਿਹੜੇ ਸਾਡੇ ਸਰਹੱਦੀ ਖੇਤਰ ਦੇ ਪੈਟਰੋਲ ਪੰਪ ਨੇ ਉਹਨਾਂ ਪੈਟਰੋਲ ਪੰਪਾਂ ਦੀ ਵਿਕਰੀ ਤੇ ਵੀ ਅਸਰ ਨਾ ਪਵੇ। ਨਹੀਂ ਤਾਂ ਉਹਨਾਂ ਦੇ ਖਰਚੇ ਹੋ ਜਾਣਗੇ, ਵਿਕਰੀ ਜਿਹੜੀ ਆ ਉਹਨਾਂ ਦੀ ਪ੍ਰਭਾਵਿਤ ਹੋਵੇਗੀ। ਸੋ ਸਾਨੂੰ ਕਰਨਾ ਚਾਹੀਦਾ ਅਜਿਹੇ ਮਾਮਲੇ ਦੇ ਵਿੱਚ ਜਿਹੜਾ ਟੋਟਲ ਦਾ ਟੋਟਲ ਮਤਲਬ ਆਪ ਦੇ ਜਿਹੜੇ ਵੈਟ ਹੈ ਘਟਾਉਣੇ ਚਾਹੀਦੇ ਆ। ਲੋਕਾਂ ਨੂੰ ਪੂਰੀ ਉਮੀਦ ਹੈ ਕਿ ਕੱਲ੍ਹ ਨੂੰ ਪੰਜਾਬ ਸਰਕਾਰ ਵੀ ਇਸ ਪਾਸੇ ਵੱਲ ਕੋਈ ਨਾ ਕੋਈ ਕਦਮ ਜ਼ਰੂਰ ਉਠਾਏਗੀ। ਜੀ, ਇਸ ਤੋਂ ਇਲਾਵਾ ਅਗਰ ਕੀਤੀ ਹੈ ਗੱਲ ਦੀਵਾਲੀ ਦਾ, ਦੀਵਾਲੀ ਬੀਤੇ ਦੀ ਲੰਘ ਚੁੱਕੀ ਹੈ ਤੇ ਲਗਾਤਾਰ ਜਿਹੜਾ ਹਵਾ ਦੇ ਵਿੱਚ ਪ੍ਰਦੂਸ਼ਣ ਆ ਵੱਧਦਾ ਜਾ ਰਿਹਾ। ਉੱਧਰ ਕਿਸਾਨਾਂ ਵੱਲੋਂ ਜਿਹੜੀ ਪਰਾਲੀ ਨੂੰ ਅੱਗ ਵੀ ਲਗਾਈ ਜਾ ਰਹੀ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅੱਗ ਲਗਾਉਣ ਲਈ ਮਜਬੂਰ ਹਾਂ ਤੇ ਉੱਥੇ ਹੀ ਪਟਾਕਿਆਂ ਦਾ ਪ੍ਰਦੂਸ਼ਣ ਵੀ ਹੈ, ਜਿਸ ਦੇ ਕਾਰਨ ਹਵਾ ਜਿਹੜੀ ਕਾਫੀ ਜ਼ਿਆਦਾ ਖਰਾਬ ਹੋ ਗਈ ਹੈ। ਦੇਖੋ, ਦੋਏ ਚੀਜ਼ਾਂ ਮਿਕਸ ਹੋ ਗਈਆਂ। ਮੈਨੂੰ ਕਹਿਣ 'ਚ ਕੋਈ ਗਰੇਜ ਨਹੀਂ। ਅਸੀਂ ਕਿਸਾਨਾਂ ਦੀ ਬਹੁਤ ਵੱਡੀ ਪੱਧਰ 'ਤੇ ਮਦਦ ਕਰਦੇ ਹਾਂ, ਹਰ ਵੇਲੇ ਉਹਨਾਂ ਦੇ ਨਾਲ ਖੜੇ ਹਾਂ, ਪਰ ਇਹ ਕਹਿਣਾ ਕਿ ਪਰਾਲੀ ਸਾੜੇ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈਗਾ, ਇਹ ਨਹੀਂ। ਹੱਲ ਕਿਹੜੀ ਚੀਜ਼ ਦਾ ਜਿਹਦਾ ਨਹੀਂ ਹੁੰਦਾ। ਸਰਕਾਰਾਂ ਵੀ ਇਸ ਪਾਸੇ ਵੱਲ ਸੁਹਿਰਦ ਨਹੀਂ ਹੈਗੀਆਂ। ਪਿਛਲੇ ਸਾਲ ਇਹਨਾਂ ਨੇ ਅਨਾਊਂਸ ਕੀਤਾ ਸੀ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਏਗਾ ਅਸੀਂ ਉਹਦੀ ਹੈਲਪ ਕਰਾਂਗੇ, ਕੋਈ ਸਹਾਇਤਾ ਦੇਵਾਂਗੇ। ਉਹ ਅੱਜ ਤੱਕ ਨਹੀਂ ਆਈ। ਜਿਨ੍ਹਾਂ ਕਿਸਾਨਾਂ ਨੇ ਪਿਛਲੀ ਵਾਰੀ ਅੱਗ ਨਹੀਂ ਲਾਈ, ਆਪਣੇ ਫਾਰਮ ਭਰ ਕੇ ਸਰਕਾਰੀ ਦਫ਼ਤਰਾਂ 'ਚ ਜਮ੍ਹਾਂ ਕਰਾਏ, ਤਾਂ ਮੌਜੂਦਾ ਸਰਕਾਰ ਨੂੰ ਚਾਹੀਦਾ ਸੀ ਕਿ ਉਹਨੂੰ ਮੁਆਵਜ਼ਾ ਦਿੱਤਾ ਜਾਂਦਾ। ਜੇ ਉਹਨਾਂ ਕੋਲ ਮੁਆਵਜ਼ਾ ਜਾਂਦਾ, ਉਹਨਾਂ ਕੋਲ ਉਹਦੇ ਪੈਸੇ ਮਿਲਦੇ, ਤਾਂ ਇਸ ਵਾਰ ਇਹ ਅੱਗ ਲੱਗਣ ਦੀਆਂ ਘਟਨਾਵਾਂ ਹੋਰ ਘਟਦੀਆਂ। ਦੂਜਿਆਂ ਨੂੰ ਵੀ ਚਿਰੰਗ ਲੱਗਦੀ ਵੀ ਯਾਰ ਜੇ ਇਹਨੂੰ 1500 2000 ਰੁਪਈਆ ਪ੍ਰਤੀ ਏਕੜ ਦਾ ਮਿਲ ਗਿਆ ਤਾਂ ਇਹ ਕੱਲ੍ਹ ਨੂੰ ਸਾਨੂੰ ਵੀ ਮਿਲ ਸਕਦਾ ਸੀਗਾ। ਸੋ ਭੰਗੂ ਸਾਹਿਬ ਉਹਨਾਂ ਨੇ ਜਿਹੜਾ ਇਹਦਾ ਮੁਆਵਜ਼ਾ ਨਹੀਂ ਦਿੱਤਾ। ਇਹਦੇ ਵਿੱਚ ਇਕੱਲਾ ਕਿਸਾਨ ਵੀ ਦੋਸ਼ੀ ਨਹੀਂ, ਸਰਕਾਰਾਂ ਵੀ ਦੋਸ਼ੀ ਨਹੀਂ, ਤੇ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਉਹਨੂੰ ਕਿਸਾਨਾਂ ਵੱਲ ਸਕੰਜਾ ਕਸਣ ਦੀ ਥਾਂ ਤੇ ਜਿਹੜਾ ਸਕੰਜਾ ਹੈਗਾ ਉਹ ਇਸ ਗੱਲ ਤੇ ਮਿਲ ਬੈਠ ਕੇ ਕੋਈ ਹੱਲ ਕੱਢਣਾ ਚਾਹੀਦਾ ਹੈ ਕਿ ਸਰਕਾਰਾਂ ਕੀ ਆਪਣਾ ਫਰਜ਼ ਅਦਾ ਕਰਨ। ਮੈਂ ਅੱਜ ਹੀ ਬਠਿੰਡੇ ਜ਼ਿਲ੍ਹੇ ਵਿੱਚ ਜਾ ਕੇ ਆਇਆ ਤਾਂ ਉੱਥੋਂ ਮੈਨੂੰ ਰਿਪੋਰਟ ਪਤਾ ਲੱਗੀ ਕਿ ਪਿਛਲੇ ਸਾਲ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਪਿੰਡ ਦੇ ਵਿੱਚ ਫਿਰਦੀਆਂ ਸੀ, ਐਕਤੀ ਉਹ ਲੋਪ ਨੇ। ਕਾਰਨ ਕੀ ਹੈ? ਕੋਈ ਸਿਆਸੀ ਕਾਰਨ ਤਾਂ ਨਹੀਂ, ਕਿਤੇ ਸਿਆਸੀ ਲੋਕਾਂ ਦੀਆਂ ਤਾਂ ਨਹੀਂ ਸੀ ਉਹ ਪਤਾ ਕਰਨਾ ਚਾਹੀਦਾ ਹੈ। ਦੂਜਾ, ਅੱਗਾਂ ਲੱਗ ਰਹੀਆਂ ਨੇ, ਪਰਾਲੀ ਆਈ ਪਈ ਹੈ, ਅਜੇ ਮਸ਼ੀਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਜਿਹੜੀਆਂ ਇਹਨਾਂ ਨੇ ਦਿੱਤੀਆਂ ਨੇ। ਇਹ ਸਮੇਂ ਸਿਰ ਕਿਉਂ ਨਹੀਂ ਹੁੰਦਾ? ਇਹ ਸਤੰਬਰ ਦੇ ਮਹੀਨੇ ਆ ਕੇ ਕੇਂਦਰ ਸਰਕਾਰ ਨੂੰ ਕਿਉਂ ਜਾਗਿਆ? ਵਿਹੜੇ ਬੈਠੀ ਜੰਝ ਬਿੰਨੋ ਕੁੜੀ ਦੇ ਕੰਨ। ਜੇ 346 ਕਰੋੜ ਦੀਆਂ ਮਸ਼ੀਨਾਂ ਸਬਸਿਡੀ ਤੇ ਦੇਣੀਆਂ ਸੀ ਤਾਂ 6 ਮਹੀਨੇ ਪਹਿਲਾਂ ਦਿੰਦੇ। ਜੇ ਹੁਣ ਤੱਕ ਦੀ ਤਿਆਰੀ ਕੀਤੀ ਹੁੰਦੀ। ਇਹ ਵੀ ਪਤਾ ਲੱਗਿਆ ਕਿ ਕਈ ਸੱਜਣ ਉਹ ਮਸ਼ੀਨਾਂ ਲੈ ਗਏ ਜਿਨ੍ਹਾਂ ਦਾ ਪਰਾਲੀ ਨਾਲ ਕੋਈ ਤਾਲੁਕਾਤ ਹੀ ਨਹੀਂ। ਉਹਦੇ ਵਾਸਤੇ ਖੇਤੀ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਉਹਦੀ ਭੌਤਿਕ ਤਸਦੀਕ ਕਰਾਵਾਂਗੇ, ਫਿਜ਼ੀਕਲ ਵੈਰੀਫਿਕੇਸ਼ਨ ਕਰਾਵਾਂਗੇ, ਤਾਂ ਕਿ ਉਸ ਤੋਂ ਬਾਅਦ ਸਬਸਿਡੀ ਖਾਤਿਆਂ 'ਚ ਪਾਵਾਂਗੇ। ਇਹ ਬਹੁਤ ਵੱਡਾ ਗੋਰਖ ਧੰਦਾ ਹੈ, ਇਹਦੇ 'ਤੇ ਕਾਬੂ ਕਰਨ ਦੀ ਜ਼ਰੂਰਤ ਹੈ। ਔਰ ਮਸ਼ੀਨਾਂ ਦੀਆਂ ਸਬਸਿਡੀਆਂ ਮੁਤਾਬਕ ਮਿਲੀ ਭੁਗਤ ਨਾਲ ਦਰਾਂ ਵੱਧ ਜਾਂਦੀਆਂ ਨੇ, ਕਿਸਾਨਾਂ ਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਤੁਸੀਂ ਇਸ ਮਾਮਲੇ ਵਿੱਚ ਸਖਤ ਤੋਂ ਅੱਜ ਹੀਹਾ ਕਰੋ ਕਿ 2022 ਦੇ ਵਿੱਚ ਅਸੀਂ ਅੱਗ ਨਹੀਂ ਲੱਗਣ ਦੇਣੀ, ਸੰਯੁਕਤ ਕਿਸਾਨ ਮੋਰਚੇ ਦੇ ਨਾਲ ਬੈਠ ਕੇ ਕਰੋ ਮੀਟਿੰਗਾਂ। ਜਿੰਨੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਨਾਲ ਲਓ ਕਿ ਤੁਸੀਂ ਕੀ ਕਰੋਗੇ, ਅਸੀਂ ਕੀ ਕਰਨਾ ਹੈ। ਕਈ ਤਾਂ ਬਿਨਾਂ ਮਤਲਬ ਤੋਂ ਜਦੋਂ ਤੋਂ ਇਹ ਅੰਦੋਲਨ ਚੱਲਿਆ, ਅੰਦੋਲਨ ਤੋਂ ਬਾਅਦ ਕਈਆਂ ਨੇ ਹਿੱਕਾ ਕਰਕੇ ਅਸੀਂ ਤਾਂ ਲਾਵਾਂਗੇ ਅੱਗ। ਇਹ ਹੱਲ ਨਹੀਂ ਦੋਸਤੋ। ਅਸੀਂ ਸਦਾ ਤੁਹਾਡੇ ਅਲੰਬੜਦਾਰ ਬਣ ਕੇ ਗੱਲ ਕਰਦੇ ਹਾਂ, ਵਿਸ਼ਵ ਤੱਕ ਪਹੁੰਚਾਉਂਦੇ ਹਾਂ ਕਿ ਸਾਡੀਆਂ ਸਮੱਸਿਆਵਾਂ ਨੇ, ਸਰਕਾਰਾਂ ਉਹਨਾਂ ਵੱਲ ਨਹੀਂ ਝਾਕਦੀਆਂ।
ਜਿਹੜੀਆਂ ਕਰੋੜਾਂ ਰੁਪਈਆ ਆ ਕੁਝ ਨੀਰਵ ਮੋਦੀ, ਸ਼ੀਰਵ ਮੋਦੀ, ਫਲਾਨਾ ਮੋਦੀ, ਢਿਮਕਾ ਮੋਦੀ ਹੜੱਪ ਕੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ। ਇੱਕ ਮੋਦੀ ਦੇ ਜਿੰਨੇ ਪੈਸੇ ਲੈ ਕੇ ਹੜੱਪ ਹੋਏ ਨੇ ਨਾ, ਉਹਦੀਆਂ ਮਸ਼ੀਨਾਂ ਕਿਸਾਨਾਂ ਤੱਕ ਫ੍ਰੀ ਪਹੁੰਚਾ ਦਿਓ ਜੀ, ਤੇ ਕਿਸਾਨ ਉਹਦਾ ਹੱਲ ਕਰ ਲਏਗਾ। ਤਾਂ ਮੈਂ ਕਈ ਵਾਰ ਕਹਿ ਚੁੱਕਿਆ ਕਿ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2-2 ਤਾਪ ਬਿਜਲੀ ਘਰ ਲਾ ਦਿਓ ਪਰਾਲੀ ਆਧਾਰਿਤ। ਜੀ, ਇੱਕ ਵੀ ਕਿਸਾਨ ਅੱਗ ਨਹੀਂ ਲਾਏਗਾ ਜਦੋਂ ਕਿਸਾਨ ਨੂੰ ਉਹਦੇ ਪੈਸੇ ਮਿਲ ਗਏ। ਜੀ, ਕੁਛ ਕਿਸਾਨ ਬੀਅਰ ਕਰ ਲਏਗਾ, ਕੁਛ ਤਾਂ ਉਹਨੂੰ ਦਿਓ। ਜੀ, ਸਾਰਾ ਕੁਛ ਨਾ ਕਿਸਾਨ ਤੇ ਬੋਝ ਪਾਈ ਚੱਲੋ ਕਿ ਕਿਸਾਨ ਨਹੀਂ ਕਰਨਾ ਹੈਗਾ। ਇਹ ਇਕੱਲਾ ਕਿਸਾਨ ਵੀ ਦੋਸ਼ੀ ਨਹੀਂ, ਸਰਕਾਰਾਂ ਨੂੰ ਨਾਲ ਬੈਠ ਕੇ, ਕਿਸਾਨ ਜਥੇਬੰਦੀਆਂ ਨੂੰ ਨਾਲ ਬੈਠ ਕੇ ਉਹਨਾਂ ਲੋਕਾਂ ਨੂੰ ਬਹਾਓ ਜੇ ਠੰਡੇ ਕਮਰਿਆਂ 'ਚ ਬੈਠੇ, ਉਹਨਾਂ ਨੂੰ ਨਹੀਂ, ਉਹਨਾਂ ਨੂੰ ਬਹਾਓ ਜਿਹੜੇ ਪ੍ਰੈਕਟੀਕਲ ਰੂਪ ਦੇ ਵਿੱਚ ਇਹ ਕੰਮ ਕਰਦੇ ਨੇ, ਜਿਹੜੇ ਕਿਸਾਨ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਨੇ ਹੱਲ ਕਰਨਾ ਹੈ। ਜੀ, ਤੇ ਉਹ ਕਿਸਾਨ ਜਿਹੜੇ ਅੱਜ ਅੱਗਾਂ ਨਹੀਂ ਲਾ ਰਹੇ, ਲੋਕਾਂ ਵਾਸਤੇ ਪ੍ਰੇਰਨਾ ਸਰੋਤ ਬਣੇ ਨੇ, ਉਹਨਾਂ ਦਾ ਸਨਮਾਨ ਕਰੋ। ਜੀ, ਉਹਨਾਂ ਨੂੰ ਲੋਕਾਂ ਦੇ ਵਿੱਚ ਲਿਜਾ ਕੇ ਵੀ ਆਹ ਬੰਦਾ ਜਿਹੜਾ ਵਾਤਾਵਰਣ ਪ੍ਰਤੀ ਸੁਹਿਰਦ ਹੈ, ਇਸ ਲਈ ਇਹਨੂੰ ਅਸੀਂ ਸਨਮਾਨ ਦੇ ਰਹੇ ਹਾਂ, ਜੀ, ਤਾਂ ਦੂਜਿਆਂ ਨੂੰ ਚਿੰਨ੍ਹ ਲੱਗੂਗੀ। ਔਰ ਜਿਹੜੀ ਪਿਛਲੇ ਸਾਲ ਦੇ ਪੈਸੇ ਸਰਕਾਰ ਨੇ ਐਲਾਨੇ ਸੀ ਕਿ ਤੁਹਾਨੂੰ ਅਸੀਂ ਜਿਹੜੇ ਪਰਾਲੀ ਨਹੀਂ ਸਾੜਨਗੇ ਉਹਨਾਂ ਨੂੰ ਇੰਨੇ ਪੈਸੇ ਦੇਵਾਂਗੇ, ਉਹ ਦਿੱਤੇ ਹੁੰਦੇ ਨਾ ਤਾਂ ਇਸ ਵਾਰ ਘਟਨਾਵਾਂ ਹੋਰ ਘਟਦੀਆਂ। ਪਰ ਅਜੇ ਵੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਇਹ ਅੱਗਾਂ ਲਗਾਤਾਰ ਲੱਗ ਰਹੀਆਂ ਨੇ। ਅਸੀਂ ਉਹ ਡਾਣਾ ਵੱਢ ਰਹੇ ਹਾਂ ਜਿਹਦੇ ਤੇ ਬੈਠੇ ਹਾਂ। ਜੀ, ਸਿਹਤ, ਇਹ ਸੋਚੋ ਕਿ ਘਰਾਂ ਦੇ ਵਿੱਚ ਜਿਹੜੇ ਸਾਹ ਦੇ ਮਰੀਜ਼ ਨੇ, ਦਿਲ ਦੇ ਮਰੀਜ਼ ਨੇ, ਉਹਨਾਂ ਦਾ ਕਿੱਡਾ ਨੁਕਸਾਨ ਹੁੰਦਾ ਹੋਵੇਗਾ। ਔਰ ਅਸੀਂ ਇੱਥੇ ਅੱਗ ਲਾ ਕੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਘਰਾਂ 'ਚ ਬਿਮਾਰ ਪਏ ਨੇ, ਕਿੰਨੇ ਬਿੱਲ ਜਿਹੜੇ ਹੈ ਉਸ ਹਸਪਤਾਲਾਂ ਦੇ ਅਦਾ ਕਰ ਰਹੇ ਹਾਂ। ਜੀ, ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸਰਕਾਰੀ ਬੱਸਾਂ ਦੀ, ਤਾਂ ਸਰਕਾਰੀ ਬੱਸਾਂ ਨੂੰ ਜਿਹੜਾ ਉਹ ਦਿੱਲੀ ਏਅਰਪੋਰਟ ਦੇ ਵਿੱਚ ਮਾਨਤਾ ਨਹੀਂ ਦਿੱਤੀ ਗਈ ਤੇ ਉੱਥੇ ਹੀ ਪ੍ਰਾਈਵੇਟ ਬੱਸਾਂ ਨੇ ਜਿਹੜੀਆਂ ਉਹ ਲਗਾਤਾਰ ਦਿੱਲੀ ਏਅਰਪੋਰਟ ਵੱਲ ਜਾ ਰਹੀਆਂ ਨੇ। ਇਹ ਸਵਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੀ, ਅੱਜ ਤੋਂ ਕੋਈ 20-25 ਦਿਨ ਪਹਿਲਾਂ ਉਠਾਇਆ, ਜਦੋਂ ਕੇਜਰੀਵਾਲ ਸਾਹਿਬ ਪੰਜਾਬ ਵੱਲ ਆ ਰਹੇ ਸਨ। ਜੀ, ਉਹਨਾਂ ਨੇ ਕਿਹਾ ਕਿ 2018 ਤੋਂ ਬਾਅਦ ਜਿਹੜੀਆਂ PRTC ਦੀਆਂ ਵੋਲਵੋ ਬੱਸਾਂ, ਸਰਕਾਰ ਦੀਆਂ ਬੱਸਾਂ, ਉਹ ਏਅਰਪੋਰਟ ਤੇ ਜਾਣ ਤੇ ਰੋਕੀਆਂ, ਚਲਾਨ ਕੱਟੇ ਜਾ ਰਹੇ ਨੇ, ਜਿਨ੍ਹਾਂ ਦਾ ਕਿਰਾਇਆ 1050 ਰੁਪਈਏ ਹੈ ਵੱਧ ਤੋਂ ਵੱਧ ਪੰਜਾਬ ਤੋਂ। ਇਹ ਤੋਂ ਇਲਾਵਾ ਜਿਹੜੇ 2500 ਤੇ 3500 ਰੁਪਈਆ ਪ੍ਰਤੀ ਸਵਾਰੀ ਵਸੂਲਦੇ ਹੈ, ਉਹਨਾਂ ਦੀਆਂ ਬੱਸਾਂ ਏਅਰਪੋਰਟ ਤੇ ਹਵਾਈ ਅੱਡਿਆਂ ਤੇ ਜਾ ਰਹੀਆਂ ਨੇ। ਉਹ ਕਿਹਦੀਆਂ ਨੇ? ਉਹ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀਆਂ, ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ, ਰਾਜਸੀ ਲੋਕਾਂ ਦੀਆਂ ਬੱਸਾਂ ਨੇ। ਉਹ ਉੱਥੇ ਜਾ ਰਹੀਆਂ ਨੇ ਤੇ ਸਰਕਾਰੀ ਬੱਸਾਂ ਨੂੰ ਬਾਰ-ਬਾਰ ਅੜਿੱਕਾ ਪਾ ਕੇ ਰੋਕਿਆ ਜਾ ਰਿਹਾ ਹੈਗਾ, ਜਿਹੜਾ ਕਿ ਗਲਤ ਹੈ। ਇਹਦੇ ਬਾਰੇ ਉਹਨਾਂ ਨੇ ਮੁੱਖ ਮੰਤਰੀ ਦਿੱਲੀ ਨੂੰ ਚਿੱਠੀ ਵੀ ਲਿਖੀ ਹੈ, ਅਜੇ ਤੱਕ ਉਸ ਦਾ ਕੋਈ ਜਵਾਬ ਨਹੀਂ ਆਇਆ। ਔਰ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੀ ਧਰਤੀ ਤੇ ਆਉਣ ਤੋਂ ਪਹਿਲਾਂ ਇਹ ਸਵਾਲ ਦਾ ਜਵਾਬ ਦੇਣਾ ਪਵੇਗਾ। ਜੀ, ਉਧਰ ਬਿਹਾਰ ਦੀ ਗੱਲ ਕੀਤੀ ਜਾਵੇ ਤਾਂ ਬਿਹਾਰ ਦੇ ਵਿੱਚ ਜਿਹੜਾ ਉਹ ਡਰਾਈ ਸੂਬਾ ਮੰਨਿਆ ਜਾਂਦਾ, ਸ਼ਰਾਬ ਦੀ ਵਿਕਰੀ ਨਹੀਂ ਹੁੰਦੀ, ਤਾਂ ਉੱਥੇ ਹੀ ਦੀਵਾਲੀ ਵਾਲੇ ਦਿਨ ਜ਼ਹਿਰੀਲੀ ਸ਼ਰਾਬ ਪੀਣ ਨਾਲ 31 ਲੋਕਾਂ ਦੀ ਮੌਤ ਹੋਣ ਦੀ ਜਿਹੜੀ ਉਹ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜੀ, ਇਹ ਬਹੁਤ ਮਾੜਾ ਹੋਇਆ ਹੈਗਾ। ਜਿਹੜੀ ਇਸ ਤਰ੍ਹਾਂ ਦੀ ਸ਼ਰਾਬ ਪੀਂਦੇ ਆ ਉਹ ਆਮ ਗਰੀਬ ਲੋਕ ਪੀਂਦੇ ਆ। ਜੇ ਉਹਨਾਂ ਨੂੰ ਚੱਜ ਦੀ ਮਿਲੇ, ਡਰਾਈ ਕਾਹਦਾ ਰਹਿ ਗਿਆ ਜਿੱਥੇ ਆ ਜਿਹੜੇ ਨਜਾਇਜ਼ ਸ਼ਰਾਬਾਂ ਬਣਾ ਕੇ ਵੇਚ ਰਹੇ ਨੇ, ਇਹ ਕੋਈ ਆਮ ਲੋਕ ਨਹੀਂ ਹੋਣਾ, ਇਹ ਸਰਕਾਰ ਦੇ ਚਹੇਤੇ ਹੋਣਗੇ। ਸੋ ਨਤੀਸ਼ ਕੁਮਾਰ ਨੂੰ ਇਸ ਮਾਮਲੇ ਦੇ ਵਿੱਚ ਜਵਾਬ ਦੇਣਾ ਬਣਦਾ ਹੈਗਾ। ਤੁਸੀਂ ਫਿਰ ਇਹਦੇ ਨਾਲ ਤਾਂ ਠੇਕੇ ਚਲਾ ਦਿਓ, ਉੱਥੇ ਜੇ ਕੋਈ ਚੱਜ ਦਾ ਬ੍ਰਾਂਡ ਦਿਓ, ਜਦੋਂ ਪੈਸੇ ਤੁਸੀਂ ਪੂਰੇ ਲੋਕਾਂ ਤੋਂ ਲੈਣੇ ਆ, ਪਰ ਲੋਕਾਂ ਨੂੰ ਉਸ ਤਰ੍ਹਾਂ ਦੇ ਬ੍ਰਾਂਡ ਵੀ ਦਿਓ ਤਾਂ ਕਿ ਲੋਕ ਆਪ ਦਾ ਜਿਹੜਾ ਹੈਗਾ ਕੋਈ ਚੱਜ ਦੀ ਚੀਜ਼ ਪ੍ਰਾਪਤ ਕਰ ਸਕਣ। ਇਹ ਜਿਹੜਾ ਉਹ 31 ਲੋਕਾਂ ਦੀ ਮੌਤ ਹੋਈ ਆ, ਬਹੁਤ ਮਾੜੀ ਹੈ। ਇਹਦੀ ਬਕਾਇਦਾ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਹ ਆਮ ਲੋਕ ਨੇ, ਕਿਸੇ ਨੇ ਇਹਦਾ ਕੁਝ ਨਹੀਂ ਕਰਨਾ। ਇਸੇ ਤਰ੍ਹਾਂ ਪੰਜਾਬ 'ਚ ਕੀ ਹੋ ਗਿਆ? ਪੰਜਾਬ 'ਚ ਵੀ ਤਾਂ ਇਸ ਤਰ੍ਹਾਂ ਦਾ ਵਾਪਰਿਆ, ਹੋਰ ਕਈ ਰਾਜਾਂ ਦੇ ਵਿੱਚ ਵਾਪਰਿਆ, ਉੱਥੇ ਕੀ ਹੋਇਆ? ਇਹ ਇਸੇ ਤਰ੍ਹਾਂ ਮਿੱਟੀ 4 ਦਿਨ ਯਾਦ ਰੱਖਾਂਗੇ, ਉਦੋਂ ਬਾਅਦ ਫਾਈਲਾਂ ਦੇ ਉੱਤੇ ਇੰਨੀ ਕੁ ਮਿੱਟੀ ਪੈ ਜੂ, ਕੋਈ ਝਾੜੇਗਾ ਹੀ ਨਹੀਂ। ਜੀ, ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਫਗਵਾੜਾ ਦੇ ਵਿਖੇ ਪਹੁੰਚੇ ਨੇ, ਜਿੱਥੇ ਉਹਨਾਂ ਨੇ ਵਿਸ਼ਵਕਰਮਾ ਡੇ ਤੇ ਮੰਦਿਰ ਨੂੰ 2 ਕਰੋੜ ਰੁਪਏ ਜਾਰੀ ਕੀਤਾ। ਇਹ ਵਿਸ਼ਵਕਰਮਾ ਮੰਦਿਰ ਹੈ ਜੀ ਫਗਵਾੜਾ ਦੇ ਵਿੱਚ, ਜਿੱਥੇ ਉਹਨਾਂ ਨੇ ਉਸ ਨੂੰ 2 ਕਰੋੜ ਰੁਪਏ ਦਾ ਰਾਸ਼ੀ ਜਾਰੀ ਕੀਤੀ ਹੈ, ਕਿਉਂਕਿ ਅੱਜ ਵਿਸ਼ਵਕਰਮਾ ਦਿਵਸ ਸੀਗਾ। ਵੱਖ-ਵੱਖ ਅਧਿਕਾਰੀ ਉੱਥੇ ਗਏ ਨੇ। ਲੁਧਿਆਣੇ ਦੇ ਵਿੱਚ ਜਿੱਥੇ ਇਹ ਨੇ
ਸਨਅਤਕਾਰ ਨੇ ਉੱਥੇ ਵੀ ਇੱਕ ਮੰਦਿਰ ਹੈਗਾ, 1 ਕਰੋੜ ਰੁਪਇਆ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕੇ ਆਏ ਨੇ। ਹੋਰਨਾਂ ਥਾਵਾਂ ਦੇ ਉੱਤੇ ਵੀ ਸਰਕਾਰ ਵੱਲੋਂ ਵਿਸ਼ਵਕਰਮਾ ਮੰਦਿਰਾਂ ਨੂੰ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਵੇਲੇ ਚੋਣਾਂ ਦਾ ਮੌਸਮ ਹੈ, ਕੋਈ ਸਿਆਸੀ ਧਿਰ ਕਿਸੇ ਕਿਸਮ ਦਾ ਆਪਦਾ ਢਿੱਲ ਮੱਠ ਨਹੀਂ ਛੱਡਣਾ ਚਾਹੁੰਦੀ। ਉਹ ਲਗਾਤਾਰ ਕਹਿੰਦੇ ਨੇ ਕਿ ਜਿੱਥੋਂ ਵੀ ਕੋਈ 4 ਵੋਟਾਂ ਦੀ ਆਸ ਕੀਤੀ ਜਾ ਸਕਦੀ ਹੈ ਉੱਥੇ ਉਹ ਇਹ ਸਾਰਾ ਕੁਝ ਮੁਹੱਈਆ ਕਰਵਾ ਰਹੇ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦੇ ਚਰਚਾ ਕੀਤੀ ਹੈ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਨੇ 2 ਮੰਗਾਂ ਲਗਾਤਾਰ ਉਠਾ ਰਹੇ ਨੇ, ਇੱਕ ਨਸ਼ਿਆਂ ਦਾ ਮੁੱਦਾ ਤੇ ਇੱਕ ਬੇਅਦਬੀ ਦਾ ਮੁੱਦਾ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੋਊਗਾ ਕਿ ਪੰਜਾਬ ਸਰਕਾਰ ਇਸ ਵੱਲ ਕੱਲ੍ਹ ਧਿਆਨ ਦਿੰਦੀ ਹੈ ਤੇ ਕਦੋਂ ਇਹਨਾਂ 2 ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਜਾਂਚ ਹੁੰਦੀ ਹੈ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।